एह बाणी जो जियो जाने तिस अंतर रवे हर नामा। बाणी गुरु गुरु है बाणी विच बाणी अमृत सारे। गुर बाणी कहे सेवक जन माने। परतख गुरु निस्तारै बाणी बिरलो विचारसी। जे को गुरमुख होए एह बाणी महापुरख की। निज कर वासा होए मारू महला तीजा। गुरमुख साचा शब्द पशाता। ना तिस कुटुंब ना तिस माता। एको एक रविया सब अंतर। सबना जिया का अदारी है। हाँ मैं मेरा दूजा पाया। किछ ना चले तुर खसम लिख पाया। गुर साचे ते साच कमावे। साच दुख निवारी है। जा तू देह सदा सुख पाए। साच शब्द साच कमाए। अंदर साचा मन तन साचा। भगत परे भंडारी है। आपे विखै हुक्म चलाए। अपना पाना आप कराए। नानक नाम रते बैरागी। मन तन रसना नाम सवारी है। आपे विखै हुक्म चलाए। अपना पाना आप कराए। नानक नाम रते बैरागी। मन तन रसना नाम सवारी है। वाहिगुरु जी का खालसा वाहिगुरु जी की फतेह। इस पावन शब्द दे 16 पदे हैं। 12 पदियां तक विचार आपां ने कल सरवण कीती सी। जो बाकी 4 पदे हैं उन्हां दी विचार अज भाई अंग्रेज सिंह जी
ਜੋ ਇਸ ਪਾਵਨ ਅਸਥਾਨ ਦੇ ਗੁਰਦੁਆਰਾ ਬੰਗਲਾ ਸਾਹਿਬ ਦੇ ਗ੍ਰੰਥੀ ਸਿੰਘ ਹਨ, ਆਪ ਜੀ ਨੂੰ ਸਰਵਣ ਕਰਵਾਉਣਗੇ। ਅੱਜ ਚੌਥੇ ਪਾਤਸ਼ਾਹ ਸੋਢੀ ਸੁਲਤਾਨ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਦਾ ਜੋਤੀ ਜੋਤ ਸਮਾਉਣ ਦਾ ਗੁਰਪੁਰਬ ਹੈ। ਗੋਇੰਦਵਾਲ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜੋਤੀ ਜੋਤ ਸਮਾਉਣਾ ਕੀਤਾ ਸੀ। ਜੋਤੀ ਜੋਤ ਸਮਾਉਣ ਤੋਂ ਪਹਿਲਾਂ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਪਿਤਾ ਮਹਾਰਾਜ ਨੂੰ ਗੁਰਤਾ ਗੱਦੀ ਬਖਸ਼ਿਸ਼ ਕੀਤੀ, ਜੋ ਦਿਹਾੜਾ ਆਪਾਂ ਨੇ ਕੱਲ 23 ਤਰੀਕ ਨੂੰ ਮਨਾਇਆ ਹੈ। ਸੋ ਅੱਜ ਚੌਥੇ ਪਾਤਸ਼ਾਹ ਮਹਾਰਾਜ ਜੀ ਦਾ ਜੋਤੀ ਜੋਤ ਸਮਾਉਣ ਦਾ ਗੁਰਪੁਰਬ ਹੈ। ਕੌਮੀ ਤੌਰ ਤੇ ਇੱਕ ਸਾਨੂੰ ਬਹੁਤ ਘਾਟਾ ਹੋਇਆ ਕਿ ਤਖਤ ਸ੍ਰੀ ਕੇਸਗੜ੍ਹ ਸਾਹਿਬ ਆਨੰਦਪੁਰ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਮੱਲ ਸਿੰਘ ਜੀ, ਜੋ ਪਿਛਲੇ ਸਮੇਂ ਵਿੱਚ ਅਕਾਲ ਚਲਾਣਾ ਕਰ ਗਏ, ਅੱਜ ਉਹਨਾਂ ਦੇ ਨਿਮਿਤ ਜੋ ਸੰਗਤੀ ਅਰਦਾਸ ਦੇ ਸਮਾਗਮ ਹਨ ਉਹ ਆਨੰਦਪੁਰ ਸਾਹਿਬ ਦੇ ਵਿੱਚ ਹੋ ਰਹੇ ਹਨ। ਸਮਾਂ ਹੈ 10 ਵਜੇ ਤੋਂ ਲੈ ਕੇ 2 ਵਜੇ ਤੱਕ ਦਾ। ਸੋ ਆਓ ਅਗਲੇ ਸਮੇਂ ਵਾਸਤੇ ਗੁਰਬਾਣੀ ਵਿਚਾਰ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਜੀ ਸਤਨਾਮ ਵਾਹਿਗੁਰੂ ਸਾਹਿਬ ਜੀ ਰੱਖ ਲਿਓ ਹਮ ਤੇ ਬਿਗਰੀ, ਸ਼ੀਲ ਧਰਮ ਜਪ ਭਗਤ ਨਾ ਕੀਨੀ, ਹੋਇ ਅਭਿਮਾਨ ਠੇਠ ਪਗਰੀ, ਕੋਟ ਪਰਾਧ ਹਮਾਰੇ ਖੰਡੋ, ਅਨਕ ਵਿਧੀ ਸਮਝਾਓ, ਹਮ ਅਗਿਆਨ ਅਲਪ ਮਤ ਥੋਰੀ, ਤੁਮ ਆਪਨ ਬਿਰਦ ਰਖਾਓ, ਤੁਮਰੀ ਸ਼ਰਨ ਤੁਮਾਰੀ ਆਸਾ, ਤੁਮ ਹੀ ਸਜਣ ਸੁਹੇਲੇ, ਰੱਖੋ ਰਖਨਹਾਰ ਦਇਆਲਾ, ਨਾਨਕ ਘਰ ਕੇ ਗੋਲੇ, ਰੱਖੋ ਰਖਨਹਾਰ ਦਇਆਲਾ, ਨਾਨਕ ਘਰ ਕੇ ਗੋਲੇ। ਸਨਮਾਨ ਸਤਿਕਾਰਯੋਗ ਗੁਰੂ ਸਵਾਰੀ, ਗੁਰੂ ਪਿਆਰੀ, ਗੁਰੂ ਕਾ ਰੂਪ ਸਰੂਪ ਖਾਲਸਾ ਸਾਧ ਸੰਗਤ ਜੀਓ, ਵਡਭਾਗੀ ਹੋ, ਸਾਹਿਬ ਨਸੀਬ ਹੋ, ਉੱਤਮ ਕਰਮਾਂ ਵਾਲੇ ਹੋ, ਜੋ ਬਾਲਾ ਪ੍ਰੀਤਮ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਿ ਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਦੇ ਮਹਾਨ ਬਖਸ਼ਿਸ਼ਾਂ ਰਹਿਮਤਾਂ ਭਰੇ ਅਸਥਾਨ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਜੀ ਵਿਖੇ ਦੀਨ ਦੁਨੀ ਦੇ ਮਾਲਕ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀਆਂ ਦੀ ਪਰਮ ਸੁਖਕਾਰੀ ਹਜ਼ੂਰੀ ਅੰਦਰ ਜੁੜ ਬੈਠੇ ਹੋ।
ਅਥਵਾ ਦੂਰ ਦਰਾਡੇ ਦੇਸ਼ਾਂ ਵਿਦੇਸ਼ਾਂ ਵਿੱਚ ਟੀਵੀ ਚੈਨਲ ਦੇ ਮਾਧਿਅਮ ਰਾਹੀਂ ਗੁਰੂ ਪਾਤਸ਼ਾਹ ਜੀ ਦੀ ਪਾਵਨ ਬਾਣੀ ਨਾਲ ਸਨੇਹ ਕਰਦੇ ਹੋਏ, ਪਿਆਰ ਕਰਦੇ ਹੋਏ, ਸਰੀਰ ਕਰਕੇ ਭਾਵੇਂ ਦੂਰ ਹੋ, ਸੁਰਤ ਕਰਕੇ ਬਾਲਾ ਪ੍ਰੀਤਮ ਪਾਤਸ਼ਾਹ ਮਹਾਰਾਜ ਜੀਆਂ ਦੇ ਪਾਵਨ ਸਥਾਨ ਤੇ ਜੁੜ ਬੈਠੇ ਹੋ। ਵਿਚਾਰ ਆਰੰਭਤਾ ਤੋਂ ਪਹਿਲਾਂ ਆਸੀਸ ਬਖਸ਼ੋ, ਗੁਰੂ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਲੜੀਵਾਰ ਚੱਲ ਰਹੀ ਗੁਰ ਸ਼ਬਦ ਦੀ ਵਿਚਾਰ ਅੰਦਰ ਅੱਜ ਦੀ ਵਿਚਾਰ ਦਾ ਸਤਿਗੁਰੂ ਪਾਤਸ਼ਾਹ ਜੀ ਦੀ ਅਗਾਧ ਬੋਧ ਪਾਵਨ ਬਾਣੀ ਦਾ ਮੂਲ ਪਾਠ ਆਪ ਸੰਗਤਾਂ ਨੇ ਬੜੇ ਸਤਿਕਾਰ ਸਨਮਾਨ ਸਹਿਤ ਪੰਥ ਦੇ ਮਹਾਨ ਵਿਦਵਾਨ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਜੀਆਂ ਪਾਸੋਂ ਸਰਵਣ ਕੀਤਾ ਹੈ, ਜੋ ਸਾਹਿਬ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀਆਂ ਦੀ ਪਵਿੱਤਰ ਰਸਨਾ ਤੋਂ ਉਚਾਰਨ ਹੋਇਆ। ਇਹ ਰੱਬੀ ਗੁਰਵਾਕ ਮਾਰੂ ਸੋਲਹੇ ਨਾਮ ਦੇ ਸਿਰਲੇਖ ਹੇਠ ਇਹ ਜੋ ਮਾਰੂ ਰਾਗ ਅੰਦਰ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ ਹੈ, ਔਰ ਨਾਲ ਹੀ ਇਤਿਹਾਸਕ ਦਿਹਾੜੇ ਜਿਸ ਦਾ ਵੀ ਆਪ ਜੀ ਨੇ ਸਤਿਕਾਰਯੋਗ ਸਿੰਘ ਸਾਹਿਬ ਜੀ ਪਾਸੋਂ ਜ਼ਿਕਰ ਸਰਵਣ ਕੀਤਾ ਹੈ। ਪਰਸੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀਆਂ ਦਾ ਪਹਿਲਾ ਪ੍ਰਕਾਸ਼, ਕੱਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀਆਂ ਦਾ ਪਾਵਨ ਗੁਰਤਾ ਗੱਦੀ ਨਿਸ਼ਾਨੀ ਪੁਰਬ, ਔਰ ਅੱਜ ਚੌਥੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀਆਂ ਦਾ ਜੋਤੀ ਜੋਤ ਸਮਾਉਣ ਦਾ ਪੁਰਬ ਹੈ। ਸਤਿਗੁਰੂ ਪਾਤਸ਼ਾਹ ਜੀ ਦੀ ਪਾਵਨ ਬਾਣੀ ਦੀ ਵਿਚਾਰ ਦੇ ਨਾਲ ਨਾਲ ਚੌਥੇ ਪਾਤਸ਼ਾਹ ਮਹਾਰਾਜ ਜੀਆਂ ਦੇ ਜੀਵਨ ਦੇ ਸੰਬੰਧ ਅੰਦਰ ਜਿਵੇਂ ਸਤਿਗੁਰੂ ਮਿਹਰਾਮਤ ਕਰਨ, ਬਖਸ਼ਿਸ਼ ਰਹਿਮਤ ਕਰਕੇ ਵਿਚਾਰ ਕਰਵਾਉਣਗੇ, ਆਪਾਂ ਵਿਚਾਰ ਨਾਲ ਜੁੜਨਾ। ਤੋ ਚਾਰ ਬੰਦ ਜੋ ਪਾਵਨ ਸ਼ਬਦ ਦੇ ਬਾਕੀ ਨੇ, ਉਹਨਾਂ ਵਿੱਚ 13ਵੇਂ ਬੰਦ ਦੀ ਆਰੰਭਤਾ ਸਾਹਿਬ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਨੇ ਇਥੋਂ ਕੀਤੀ ਹੈ। ਗੁਰਮੁਖ ਸਾਚਾ ਸ਼ਬਦ ਪਛਾਤਾ। ਪਰਮੇਸ਼ਰ ਦੇ ਸੰਬੰਧ ਅੰਦਰ ਹਰ ਇੱਕ ਮਨੁੱਖ ਕੁਝ ਨਾ ਕੁਝ ਜਾਣਦਾ ਹੈ, ਆਪਣੇ ਆਪਣੇ ਤਰੀਕੇ ਨਾਲ ਕੁਝ ਨਾ ਕੁਝ ਪਰਮੇਸ਼ਰ ਦਾ ਮਨੁੱਖ ਜ਼ਿਕਰ ਵੀ ਕਰਦਾ ਹੈ। ਪਰਮੇਸ਼ਰ ਦੇ ਰਾਹ ਤੇ ਤੁਰਨ ਵਾਲੇ ਹੀ ਨਹੀਂ, ਬਲਕਿ ਬਿਲਕੁਲ ਉਸ ਤੋਂ ਵਿਪਰੀਤ ਤੁਰਨ ਵਾਲੇ ਵੀ ਪਰਮੇਸ਼ਰ ਦਾ ਜ਼ਿਕਰ ਕਰਦੇ ਨੇ। ਹਰ ਥਾਂ ਪਾਏ ਚਰਚਾ ਸੁਣਦੇ ਹਾਂ, ਪਰਮੇਸ਼ਰ ਸਾਰੇ ਥਾਵਾਂ ਤੇ ਮੌਜੂਦ ਹੈ। ਉਹ ਵਾਹਿਗੁਰੂ ਸਾਰਿਆਂ ਨੂੰ ਰੋਜੀ ਦੇਣ ਵਾਲਾ ਹੈ। ਉਹ ਪਰਮੇਸ਼ਰ ਸਾਰਿਆਂ ਦੇ ਅੰਦਰ ਵਸਦਾ ਹੈ। ਉਹ ਪਰਮੇਸ਼ਰ ਸਾਰਿਆਂ ਦੇ ਅੰਦਰ ਦੀ ਜਾਣਦਾ ਵੀ ਹੈ। ਉਹ ਮੇਰਾ ਮਾਲਕ ਸਾਰਿਆਂ ਦੀ ਪ੍ਰਤਪਾਲਣਾ ਕਰਦਾ ਹੈ। ਇਹੋ ਜਿਹੇ ਬਚਨ ਆਪਾਂ ਕੇਵਲ ਧਰਮੀ ਮਨੁੱਖਾਂ ਤੋਂ ਹੀ ਨਹੀਂ, ਬਲਕਿ ਉਹਨਾਂ ਮਨੁੱਖਾਂ ਤੋਂ ਵੀ ਸੁਣਦੇ ਹਾਂ ਜਿਨ੍ਹਾਂ ਦਾ ਧਰਮ ਨਾਲ ਦੂਰ ਦਾ ਵੀ ਕੋਈ ਸੰਬੰਧ ਨਹੀਂ। ਔਰ ਜਿਹੜੇ ਲੋਕ ਇਹ ਕੁਝ ਗੱਲਾਂ ਕਰਦੇ ਨੇ, ਉਹਨਾਂ ਕੋਲ ਮਹਿਜ ਸੁਣੀਆਂ ਸੁਣਾਈਆਂ ਗੱਲਾਂ ਨੇ। ਪਰਮੇਸ਼ਰ ਦੇ ਸੰਬੰਧ ਵਿੱਚ ਸਾਹਿਬ ਕਹਿੰਦੇ, ਜੇਕਰ ਕਿਸੇ ਨੇ ਜਾਣਿਆ
ਜਾਂ ਕਿਸੇ ਨੇ ਜਾਣਨਾ ਹੈ, ਉਹਦਾ ਤਰੀਕਾ ਕੇਵਲ ਇੱਕੋ ਹੀ ਹੈ, ਕੋਈ ਦੂਜਾ ਨਹੀਂ ਹੈ। ਪਰਮੇਸ਼ਰ ਨੂੰ ਜਾਣਨ ਦੇ ਸੰਬੰਧ ਅੰਦਰ ਗੁਰਮਤਿ ਨੇ ਕੀ ਵਿਧੀ ਵਿਧਾਨ ਨਿਯਤ ਕੀਤੀ ਹੈ। ਸਭ ਕਹਿੰਦੇ ਗੁਰਮੁਖ ਸਾਚਾ ਸ਼ਬਦ ਪਛਾਤਾ। ਇੱਥੇ ਗੁਰਮੁਖ ਦੇ ਖੱਖੇ ਨੂੰ ਸਿਹਾਰੀ ਹੈ, ਗੁਰੂ ਦੀ ਰਾਹੀਂ ਗੁਰੂ ਨਾਲ ਜੁੜ ਕੇ ਗੁਰੂ ਪਾਤਸ਼ਾਹ ਵੱਲੋਂ ਮਿਲੇ ਹੋਏ ਪਰਮੇਸ਼ਰ ਦੇ ਗਿਆਨ ਰੂਪ ਸ਼ਬਦ ਨਾਲ ਜੁੜ ਕੇ ਜਿਸ ਨੇ ਵੀ ਪਰਮੇਸ਼ਰ ਨੂੰ ਪਰਮਾਤਮਾ ਨੂੰ ਜਾਣਨਾ ਚਾਹਿਆ, ਪਛਾਤਾ ਉਸੇ ਨੇ ਹੀ ਪਰਮੇਸ਼ਰ ਨੂੰ ਜਾਣਿਆ। ਜਾਣ ਤੇ ਪਛਾਣ ਦਾ ਭਾਵ ਤਕਰੀਬਨ ਇੱਕੋ ਜਿਹਾ ਹੀ ਹੈ। ਜਿਹਨੂੰ ਆਪਾਂ ਜਾਣਦੇ ਹਾਂ, ਮਿਲਣ ਤੇ ਆਪਾਂ ਉਹਨੂੰ ਪਛਾਣ ਵੀ ਲੈਂਦੇ ਹਾਂ। ਜਿਹਨੂੰ ਜਾਣਦੇ ਹੀ ਨਹੀਂ, ਉਹਦੀ ਪਛਾਣ ਵੀ ਸਾਡੇ ਤੋਂ ਨਹੀਂ ਹੁੰਦੀ। ਪਰਮੇਸ਼ਰ ਨੂੰ ਗੁਰੂ ਦੀ ਰਾਹੀਂ, ਗੁਰੂ ਕੀ ਹੈ? ਗੁਰੂ ਹੈ ਸ਼ਬਦ। ਸ਼ਬਦ ਦੀ ਰਾਹੀਂ ਜਿਹਨੇ ਆਪਣੇ ਜੀਵਨ ਨੂੰ ਸਵਾਰਿਆ, ਜਿਹਨੇ ਗੁਰਮਤਿ ਗਾਡੀ ਰਾਹ ਤੇ ਪੁਲੰਘਾਂ ਪੁੱਟੀਆਂ, ਉਹਨੇ ਹੀ ਉਸ ਪਰਮੇਸ਼ਰ ਨੂੰ ਜਾਣਿਆ। ਤੇ ਜਿਹਨੇ ਜਾਣਿਆ ਉਹਨੂੰ ਇਹ ਸਮਝ ਆਈ, ਨਾ ਤਿਸ ਕੁਟੰਬ ਨਾ ਤਿਸ ਮਾਤਾ। ਉਸ ਪਰਮੇਸ਼ਰ ਦਾ ਆਪਣਾ ਕੋਈ ਨਿੱਜੀ ਇੱਕ ਕੁਟੰਬ, ਕਬੀਲਾ, ਕੋਈ ਇੱਕ ਪਰਿਵਾਰ ਨਹੀਂ, ਕੋਈ ਉਹਦੀ ਇੱਕ ਵੰਸ਼ ਨਹੀਂ ਹੈ ਵੀ ਆਹ ਉਹਦੀ ਵੰਸ਼ ਤੁਰੀ ਆਉਂਦੀ ਹੈ, ਆਹ ਉਹਦਾ ਆਪਣਾ ਪਰਿਵਾਰ ਹੈ। ਨਾ ਤਿਸ ਮਾਤਾ, ਉਹਨੂੰ ਜਨਮ ਦੇਣ ਵਾਲੀ ਕੋਈ ਮਾਤਾ ਵੀ ਨਹੀਂ। ਉਹ ਪਰਮੇਸ਼ਰ ਸਾਡੀ ਵਾਂਗੂ ਮਾਤਾ ਪਿਤਾ ਦੇ ਸਹਾਰੇ ਦੇ ਨਾਲ, ਮਾਤਾ ਪਿਤਾ ਦੇ ਸੰਬੰਧ ਕਰਕੇ ਜਨਮਿਆ ਹੋਇਆ ਨਹੀਂ ਹੈ। ਉਹ ਮਾਤਾ ਪਿਤਾ ਤੋਂ ਰਹਿਤ ਹੈ। ਉਹਦਾ ਕੋਈ ਨਾ ਪਿਤਾ ਹੈ, ਨਾ ਉਹਦੀ ਕੋਈ ਮਾਤਾ ਹੈ। ਏਕੋ ਏਕ ਰਵਿਆ ਸਭ ਅੰਤਰ। ਔਰ ਸਾਰੇ ਹੀ ਥਾਵਾਂ ਤੇ ਉਹ ਪਰਮੇਸ਼ਰ ਇੱਕੋ ਹੀ ਹੈ। ਉਸ ਤੋਂ ਬਿਨਾਂ ਕੋਈ ਦੂਜਾ ਹੋਰ ਨਹੀਂ। ਨਾ ਉਸ ਦੇ ਕੋਈ ਵਰਗ ਹੈ, ਨਾ ਉਸ ਦਾ ਕੋਈ ਸ਼ਰੀਕ ਹੈ। ਸਮੇਂ ਸਮੇਂ ਦੇ ਨਾਲ ਜਿਹੜੇ ਜਿਹੜੇ ਵੀ ਉਹਦੇ ਸ਼ਰੀਕ ਬਣੇ ਨੇ, ਜਿਨ੍ਹਾਂ ਨੇ ਵੀ ਇਹ ਦਾਅਵਾ ਕੀਤਾ ਕਿ ਮੈਂ ਹੀ ਰੱਬ ਹਾਂ, ਮੈਂ ਹੀ ਪਰਮੇਸ਼ਰ ਹਾਂ, ਸਮੇਂ ਦੇ ਗੇੜ ਨਾਲ ਨੇਸ ਤੋਂ ਨਾਬੂਦ ਹੋ ਗਏ। ਉਹਨਾਂ ਦਾ ਕੋਈ ਥੋ ਟਿਕਾਣਾ ਪਤਾ ਵੀ ਨਹੀਂ ਲੱਗਦਾ। ਉਹ ਸਮੇਂ ਦੇ ਐਸੇ ਵੇਗ ਵਿੱਚ ਬਹਿ ਗਏ ਕਿ ਉਹ ਸਦੀਵੀ ਕਾਲ ਵਾਸਤੇ ਇਸ ਦੁਨੀਆ ਤੋਂ ਤੁਰ ਗਏ। ਜਿਹੜਾ ਸਦੀਵੀ ਰਿਹਾ ਹੈ ਉਹ ਪਰਮੇਸ਼ਰ ਹੈ। ਜਿਹੜਾ ਸਦੀਵੀ ਹੈ ਔਰ ਰਹੇਗਾ, ਜੋ ਮੇਰੇ ਮਾਲਕ ਨੇ ਕਿਰਪਾ ਕਰਕੇ ਸਮਝਾਇਆ, ਆਦ ਸੱਚ ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਉਹ ਕੇਵਲ ਇੱਕ ਵਾਹਿਗੁਰੂ ਹੈ। ਏਕੋ ਏਕ ਰਵਿਆ ਸਭ ਅੰਤਰ, ਸਭਨਾ ਜੀਆਂ ਕਾ ਆਧਾਰੀ ਹੈ। ਜਿਹੜਾ ਕਿਸੇ ਇੱਕ ਅੱਧੇ ਦਾ ਨਹੀਂ। ਇਹ ਨਹੀਂ ਹੈ ਵੀ ਮੈਨੂੰ ਆਸਰਾ ਦੇਣ ਵਾਲਾ ਤੇ ਦੂਜੇ ਦਾ ਆਸਰਾ ਖੋਣ ਵਾਲਾ ਨਹੀਂ। ਉਹ ਕਿਸੇ ਇੱਕ ਦਾ ਨਹੀਂ। ਸਤਿਗੁਰੂ ਸਭਨਾਂ ਦਾ ਭਲਾ ਮਨਾਇਂਦਾ, ਉਹ ਸਾਰਿਆਂ ਨੂੰ ਆਸਰਾ ਦੇਣ ਵਾਲਾ। ਮੁਸਲਮਾਨ ਦੀ ਟੇਕ ਵੀ ਉਹੀ ਹੈ, ਹਿੰਦੂ ਦਾ ਸਹਾਰਾ ਵੀ ਉਹੀ ਹੈ, ਈਸਾਈਆਂ ਨੂੰ ਪਾਲਣ ਵਾਲਾ ਵੀ ਉਹੀ ਹੈ, ਸਿੱਖਾਂ ਦੀ ਜ਼ਿੰਦਗੀ ਦਾ ਆਧਾਰ ਵੀ ਉਹੀ ਪਰਮੇਸ਼ਰ ਹੈ, ਉਹੀ ਪਰਮਾਤਮਾ ਹੈ। ਔਰ ਕੇਵਲ ਮਨੁੱਖ ਮਾਤਰ ਹੀ ਨਹੀਂ, ਬਲਕਿ ਜਿਤਨੇ ਜੀਵ ਪਸ਼ੂ ਪੰਛੀ ਇਤਿਆਦਿਕ ਪਾਣੀ ਵਿੱਚ, ਪਾਣੀ ਤੋਂ ਬਾਹਰ ਧਰਤੀ ਤੇ ਜਾਂ ਆਕਾਸ਼ ਦੇ ਵਸਿੰਦੇ ਨੇ, ਸਾਰਿਆਂ ਦਾ ਆਧਾਰ, ਸਾਰਿਆਂ ਦੀ ਟੇਕ ਉਹ ਮੇਰਾ ਮਾਲਕ ਹੈ। ਹਉਮੈ ਮੇਰਾ ਦੂਜਾ ਭਾਇਆ। ਔਰ ਜਿਹੜਾ ਉਸ ਵਾਹਿਗੁਰੂ ਦੇ ਰਸਤੇ ਤੇ ਚੱਲਣਾ ਛੱਡ ਕੇ ਉਸ ਰਾਹ ਤੇ ਨਾ ਤੁਰੇ, ਮੈਂ ਮੇਰੀ ਵਿੱਚ, ਹਉਮੈ ਵਿੱਚ ਔਰ ਦੂਜੇ ਭਾਵ ਵਿੱਚ ਲੱਗ ਜਾਏ,
ਦੂਜਾ ਭਾਵ ਕੀ ਹੈ? ਦੂਜਾ ਭਾਵ ਇਹ ਹੈ ਜੋ ਆਪਾਂ ਹਰ ਰੋਜ਼ ਆਸਾ ਕੀ ਵਾਰ ਵਿੱਚ ਸੁਣਦੇ ਹਾਂ। ਪੌੜੀ ਸਤਿਗੁਰ ਵਿਟੋਂ ਵਾਰਿਆ, ਜਿਤ ਮਿਲਿਆ ਖਸਮ ਸੰਭਾਲਿਆ, ਜਿਨ ਕਰ ਉਪਦੇਸ਼ ਗਿਆਨ ਅੰਜਨ ਦੀਆ, ਇੰਨੀ ਨੇਤਰੀ ਜਗਤ ਨਿਹਾਲਿਆ। ਅਗਲੀ ਪੰਕਤੀ 'ਚ ਦੂਜੇ ਭਾਵ ਦਾ ਅਰਥ ਹੈ ਖਸਮ ਛੋੜ ਦੂਜੇ ਲੱਗੇ। ਦੂਜਾ ਭਾਵ ਸੌਖਾ ਸਮਝਣਾ ਹੋਵੇ, ਜੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਛੱਡ ਕੇ ਅਸੀਂ ਆਪਣੇ ਸੁੱਖਾਂ ਦੀ ਖਾਤਰ ਕੋਈ ਵੀ ਟੇਕ ਫੜੀ, ਉਹ ਦੂਜਾ ਭਾਵ ਹੀ ਹੈ। ਔਰ ਕੇਵਲ ਉਹ ਦੂਜਾ ਭਾਵ ਹੀ ਨਹੀਂ, ਬਲਕਿ ਸਾਡੀ ਡੁੱਬਣ ਦਾ ਇੱਕ ਜ਼ਰੀਆ ਵੀ ਹੈ। ਜਿਹੜਾ ਦੂਜਾ ਭਾਵ ਹੈ, ਜਿਨੇ ਸਾਹਿਬ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਤੋਂ ਬਿਨਾਂ ਕੋਈ ਵੀ ਹੋਰ ਟੇਕ, ਕੋਈ ਵੀ ਹੋਰ ਆਸਰਾ ਲਿਆ ਹੈ ਨਾ, ਉਹ ਦੂਜਾ ਭਾਵ ਹੈ। ਤੋ ਜਿਹੜਾ ਦੂਜੇ ਭਾਵ ਵਿੱਚ ਲੱਗ ਗਿਆ, ਮਾਲਕ ਨੂੰ ਛੱਡ ਕੇ ਹੋਰ ਪਾਸੇ ਰੁੱਝ ਗਿਆ, ਕਿਛ ਨਾ ਚੱਲੈ ਤੁਰ ਖਸਮ ਲਿਖ ਪਾਇਆ, ਉਹਨੂੰ ਅਸੀਂ ਮਾੜਾ ਤੇ ਕੀ ਕਹੀਏ। ਸਾਹਿਬ ਕਹਿੰਦੇ ਵੀ ਉਹਦੇ ਲਈ ਇਹ ਕਹਿ ਸਕਦੇ ਹਾਂ ਵੀ ਉਹਦੇ ਕਰਮਾਂ 'ਚ ਗੁਰੂ ਕੀ ਸੰਗਤ, ਉਹਦੇ ਕਰਮਾਂ 'ਚ ਗੁਰੂ ਦੀ ਸੇਵਾ ਨਹੀਂ, ਉਹਦੇ ਕਰਮਾਂ 'ਚ ਗੁਰਮਤਿ ਗਾਡੀ ਰਾਹ ਤੇ ਤੁਰ ਕੇ ਜੋ ਆਨੰਦ ਮਿਲਦਾ ਹੈ, ਜੋ ਬਖਸ਼ਿਸ਼ਾਂ ਮਿਲਦੀਆਂ ਨੇ, ਉਹ ਉਹਨੂੰ ਮੇਰੇ ਮਾਲਕ ਨੇ ਕਰਮਾਂ ਕਰਕੇ ਨਹੀਂ ਬਖਸ਼ੀਆਂ। ਉਹਦੇ ਕਰਮਾਂ 'ਚ ਇਹ ਸੁੱਖ ਨਹੀਂ ਹੈ। ਗੁਰ ਸਾਚੇ ਤੇ ਸਾਚ ਕਮਾਵੈ, ਸਾਚੇ ਦੁਖ ਨਿਵਾਰੀ ਹੈ। ਜਿਹੜੇ ਸੱਚੇ ਗੁਰੂ ਨਾਲ ਜੁੜ ਜਾਂਦੇ ਨੇ ਉਹ ਸੱਚ ਕਮਾਉਂਦੇ ਨੇ। ਝੂਠਿਆਂ ਨਾਲ ਜੁੜਨ ਵਾਲੇ ਹਮੇਸ਼ਾ ਝੂਠ ਹੀ ਕਮਾਉਂਦੇ ਨੇ। ਜਿਹੜੇ ਆਪ ਝੂਠੇ ਨੇ, ਜਿਹੜੇ ਆਪ ਵਿਕਾਰਾਂ ਵਿੱਚ, ਬੁਰਾਈਆਂ ਵਿੱਚ ਗਰਸੇ ਨੇ, ਉਹਨਾਂ ਦੇ ਅਨਿਆਈ ਇਸ ਪੱਖ ਤੋਂ, ਭਾਵ ਬੁਰੇ ਵਾਲੇ ਪੱਖ ਤੋਂ ਨਹੀਂ ਬਚ ਸਕਦੇ। ਸੱਚੇ ਨਾਲ ਜੁੜੇ ਹੋਏ ਬੁਰੇ ਵਾਲੇ ਪਾਸੇ ਤੋਂ ਬਚ ਕੇ ਸੱਚ ਨਾਲ ਜੁੜਦੇ ਨੇ। ਸੱਚੇ ਨਾਲ ਜੁੜੇ ਹੋਏ ਸੱਚ ਕਮਾਉਂਦੇ ਨੇ। ਸੱਚੇ ਗੁਰੂ ਦੀ ਟੇਕ ਰੱਖਣ ਵਾਲੇ ਸੱਚੇ ਮਾਰਗ ਦੇ ਪਾਂਧੀ ਬਣਦੇ ਨੇ, ਗੁਰਮਤਿ ਗਾਡੀ ਰਾਹ ਤੇ ਚੱਲਦੇ ਨੇ। ਔਰ ਉਹਨਾਂ ਦੇ ਸਾਰੇ ਹੀ ਪ੍ਰਕਾਰ ਦੇ ਪਰਮੇਸ਼ਰ ਪਰਮਾਤਮਾ ਕੀ ਕਰਦਾ ਹੈ? ਦੁੱਖ ਨਿਵਾਰੀ ਹੈ। ਉਹਨਾਂ ਦੇ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਆਦਿ ਦੁੱਖਾਂ ਦੀ ਗੁਰੂ ਨਿਵਰਤੀ ਕਰ ਦਿੰਦਾ ਹੈ। ਜਾ ਤੂੰ ਦੇਹ ਸਦਾ ਸੁਖ ਪਾਏ। ਹਰ ਇੱਕ ਜੀਵ ਸਦੀਵੀ ਸੁਖ ਦਾ ਮੁਤਲਾਸ਼ੀ ਹੈ। ਤੁਸੀਂ ਵੀ ਚਾਹੁੰਦੇ ਹੋ, ਮੈਂ ਵੀ ਚਾਹੁੰਦਾ, ਹਰ ਇੱਕ ਜੀਵ ਚਾਹੁੰਦਾ ਹੈ ਮੇਰੀ ਜ਼ਿੰਦਗੀ 'ਚ, ਮੇਰੇ ਘਰ ਵਿੱਚ, ਮੇਰੇ ਪਰਿਵਾਰ ਵਿੱਚ ਕਦੀ ਕੋਈ ਦੁੱਖ ਨਾ ਆਵੇ, ਮੈਨੂੰ ਸੁੱਖ ਮਿਲਣ। ਔਰ ਸੁੱਖ ਵੀ ਉਹ ਮਿਲਣ ਜਿਹੜੇ ਸੁੱਖ ਸਦਾ ਸੁਖੀ ਹੀ ਰਹਿਣ, ਜਿਹੜੇ ਦੁੱਖ ਵਿੱਚ ਨਾ ਬਦਲਣ। ਦੁਨੀਆ ਦਾ ਕੋਈ ਹਾਸਾ ਨਹੀਂ ਜਿਹੜਾ ਰੋਣ ਵਿੱਚ ਨਾ ਬਦਲਦਾ ਹੋਵੇ। ਦੁਨੀਆ ਦੀ ਕੋਈ ਖੁਸ਼ੀ ਨਹੀਂ ਜਿਹੜੀ ਗਮ ਵਿੱਚ ਨਾ ਬਦਲਦੀ ਹੋਵੇ। ਦੁਨੀਆ ਦਾ ਕੋਈ ਸੁੱਖ ਨਹੀਂ ਜਿਹੜਾ ਦੁੱਖ ਵਿੱਚ ਤਬਦੀਲ ਨਾ ਹੁੰਦਾ ਹੋਵੇ। ਖੁਲਾਸਾ ਕਰਾਂ ਜ਼ਿਆਦਾ ਸਮਾਂ ਲੱਗੇਗਾ। ਪਰਿਵਾਰ ਮਿਲਿਆ, ਬੜੀ ਖੁਸ਼ੀ ਹੈ, ਕੱਲ ਨੂੰ ਵਿਛੜੇਗਾ, ਦੁੱਖ 'ਚ ਬਦਲ ਜਾਏਗਾ। ਧਨ ਦੇ ਆਉਣ ਦਾ ਬੜਾ ਚਾਅ ਹੈ, ਧਨ ਦੀ ਪ੍ਰਾਪਤੀ ਸੁੱਖ ਹੈ। ਜਦੋਂ ਧਨ ਚਲਾ ਗਿਆ, ਪ੍ਰਾਪਤੀ ਦੁੱਖ 'ਚ ਬਦਲ ਜਾਏਗੀ। ਕੋਈ ਪਦਵੀ, ਕੋਈ ਅਹੁਦਾ ਮਿਲਿਆ, ਬੜੀ ਖੁਸ਼ੀ ਹੈ, ਬੜਾ ਚਾਅ ਹੈ, ਪਦਵੀ ਦਾ ਬੜਾ ਸੁੱਖ ਮਹਿਸੂਸ ਹੋ ਰਿਹਾ ਹੈ, ਕੱਲ ਨੂੰ ਖੁੱਸ ਜਾਏਗੀ। ਇਹ ਪਦਵੀ ਦਾ ਸੁੱਖ ਵੀ ਦੁੱਖ 'ਚ ਬਦਲ ਜਾਏਗਾ। ਕਿਹੜਾ ਸੁੱਖ ਹੈ? ਜਿਹੜਾ ਸੁੱਖ ਸਦੀਵੀ ਸੁੱਖ ਰਹਿੰਦਾ ਹੈ, ਜਿਹੜਾ ਕਦੀ ਦੁੱਖ 'ਚ ਤਬਦੀਲ ਨਹੀਂ ਹੁੰਦਾ। ਉਹ ਸੁੱਖ ਹੈ ਜਿਹੜਾ ਮੇਰੇ ਮਾਲਕ ਵੱਲੋਂ ਮਿਲਿਆ ਹੋਵੇ, ਜਿਹੜਾ ਪਰਮੇਸ਼ਰ ਵੱਲੋਂ ਮਿਲਿਆ ਹੋਵੇ। ਜਾ ਤੂੰ ਦੇਹ ਸਦਾ ਸੁਖ ਪਾਏ। ਜਦੋਂ ਤੂੰ ਆਪ ਕਿਰਪਾ ਕਰਕੇ ਨਾਮ ਦੀ ਦਾਤ ਦੇਵੇਂ, ਫਿਰ ਉਹ ਸਦੀਵੀ ਸੁੱਖ ਮਿਲਦਾ ਹੈ, ਜਿਹੜਾ ਸੁੱਖ ਕਿਤੇ ਹੋਰ ਥਾਂ ਨਹੀਂ ਮਿਲਦਾ, ਜਿਹੜਾ ਕਬਰਾਂ ਪੂਜ ਕੇ ਨਹੀਂ ਮਿਲਦਾ, ਜਿਹੜਾ ਸੁੱਖ ਵਰਤ ਰੱਖ ਰੱਖ ਕੇ ਨਹੀਂ ਮਿਲਦਾ, ਜਿਹੜਾ ਜਗਰਾਤੇ ਕਰ ਕਰ ਨਹੀਂ ਮਿਲਦਾ, ਜਿਹੜਾ तमाम ਪ੍ਰਕਾਰ ਦੇ ਕਰਮ ਕਾਂਡ ਕਰਕੇ ਸੁੱਖ ਨਹੀਂ ਮਿਲਦਾ। ਉਹ ਅੰਦਰਲਾ ਸੁੱਖ
ਗੁਰੂ ਦੇ ਸ਼ਬਦ ਦੀ ਕਮਾਈ ਦੇ ਨਾਲ ਮਿਲਦਾ ਹੈ, ਔਰ ਉਹ ਸੁੱਖ ਜਿਹੜਾ ਕਦੀ ਵੀ ਦੁੱਖ 'ਚ ਨਹੀਂ ਬਦਲਦਾ। ਜੇ ਉਦਾਹਰਣ ਵੇਖਣੀ ਹੋਵੇ ਭਾਈ ਮਤੀ ਦਾਸ ਜੀ ਦਾ ਜੀਵਨ, ਭਾਈ ਸਤੀ ਦਾਸ ਜੀ, ਭਾਈ ਦਿਆਲਾ ਜੀ, ਭਾਈ ਤਾਰੂ ਸਿੰਘ, ਭਾਈ ਮਨੀ ਸਿੰਘ ਸਾਹਿਬ, ਬਾਬਾ ਦੀਪ ਸਿੰਘ ਸਾਹਿਬ, ਗੁਰੂ ਕੇ ਲਾਲ ਸਾਹਿਬਜ਼ਾਦੇ, ਇਹਨਾਂ ਦਾ ਜੀਵਨ ਪੜ੍ਹ ਲਿਓ। ਕਿਹੋ ਜੀਆਂ ਲਾਸਾਨੀ ਅਦੁੱਤੀ ਸ਼ਹੀਦੀਆਂ ਦਿੱਤੀਆਂ, ਪਰ ਅੰਦਰਲਾ ਸੁੱਖ ਜਿਹੜਾ ਦੁੱਖ 'ਚ ਨਹੀਂ ਬਦਲਿਆ। ਅੰਦਰਲਾ ਸੁੱਖ ਸਦੀਵ ਸੁੱਖ ਹੀ ਰਿਹਾ। ਸਾਚੇ ਸ਼ਬਦੇ ਸਾਚ ਕਮਾਏ। ਜਿਨ੍ਹਾਂ ਨੇ ਗੁਰੂ ਦੇ ਸ਼ਬਦ ਨਾਲ ਜੁੜ ਕੇ ਉਹਨਾਂ ਨੇ ਗੁਰੂ ਦੇ ਸ਼ਬਦ ਦੀ ਕਮਾਈ ਕੀਤੀ, ਸੱਚ ਨੂੰ ਕਮਾਇਆ, ਪਰਮੇਸ਼ਰ ਦਾ ਨਾਮ ਧਨ ਵਿਹਾਜਿਆ, ਨਾਮ ਧਨ ਇਕੱਠਾ ਕੀਤਾ। ਅੰਦਰ ਸਾਚਾ ਮਨ ਤਨ ਸਾਚਾ, ਭਗਤ ਭਰੇ ਭੰਡਾਰੀ ਹੈ। ਉਹਨਾਂ ਦੇ ਅੰਦਰ ਸਾਚਾ ਕਹੀਏ ਵਾਹਿਗੁਰੂ ਪਰਮੇਸ਼ਰ ਦਾ, ਉਹਨਾਂ ਦੇ ਅੰਦਰ ਹਿਰਦੇ 'ਚ ਪ੍ਰਤੱਖ ਰੂਪ 'ਚ ਨਿਵਾਸ ਹੈ। ਉਹਨਾਂ ਦੇ ਮਨ ਵਿੱਚ ਵੀ ਸੱਚਾ ਵਾਹਿਗੁਰੂ ਹੈ, ਉਹਨਾਂ ਦੇ ਤਨ ਵਿੱਚ ਵੀ ਵਾਹਿਗੁਰੂ ਹੈ, ਅੰਦਰ ਵੀ ਵਾਹਿਗੁਰੂ ਹੈ, ਰਸਨਾ ਤੇ ਵੀ ਵਾਹਿਗੁਰੂ ਹੈ। ਨੇਤਰਾਂ ਨਾਲ ਜੋ ਦੇਖਦੇ ਨੇ ਸਭ ਗੋਬਿੰਦ ਹੈ, ਸਭ ਗੋਬਿੰਦ ਹੈ ਦਿਖਾਈ ਪੈਂਦਾ। ਕੰਨਾਂ ਨਾਲ ਜੋ ਕੁਝ ਵੀ ਸੁਣਦੇ ਨੇ ਵਾਹਿਗੁਰੂ ਤੋਂ ਬਿਨਾਂ ਹੋਰ ਕੁਝ ਵੀ ਸੁਣਨਾ ਚੰਗਾ ਨਹੀਂ ਲੱਗਦਾ। ਉਹ ਵਾਹਿਗੁਰੂ ਵਾਹਿਗੁਰੂ ਹੀ ਸੁਣਦੇ ਨੇ, ਅੱਲਾ ਅੱਲਾ ਹੀ ਸੁਣਦੇ ਨੇ, ਰਾਮ ਰਮਿਆ ਹੋਇਆ ਰਾਮ ਹੀ ਸੁਣਦੇ ਨੇ। ਭਾਵ ਰੱਬੀ ਰਾਹ ਤੇ ਤੁਰਨ ਵਾਲਿਆਂ ਨੂੰ ਪਰਮੇਸ਼ਰ ਦੇ ਨਾਮ ਤੋਂ ਬਿਨਾਂ ਹੋਰ ਕੁਝ ਬੋਲਣਾ, ਹੋਰ ਕੁਝ ਸੁਣਨਾ ਭਾਉਂਦਾ ਨਹੀਂ, ਚੰਗਾ ਨਹੀਂ ਲੱਗਦਾ। ਭਗਤ ਭਰੇ ਭੰਡਾਰੀ ਹੈ। ਉਹ ਪਰਮਾਤਮਾ ਦੀ ਭਗਤੀ ਕਰ ਕਰਕੇ ਉਹਨਾਂ ਨੇ ਪਰਮੇਸ਼ਰ ਪਰਮਾਤਮਾ ਤੋਂ ਨਾਮ ਧਨ ਦੇ ਇੰਨੇ ਖਜ਼ਾਨੇ ਲਏ ਕਿ ਉਹਨਾਂ ਦਾ ਹਿਰਦਾ ਪਰਮਾਤਮਾ ਦੇ ਨਾਮ ਧਨ ਨਾਲ ਐਸਾ ਲਬਾਲਬ ਭਰਿਆ, ਐਸਾ ਲਬਾਲਬ ਭਰਿਆ ਕਿ ਸਾਰੀ ਜ਼ਿੰਦਗੀ ਉਹ ਆਪ ਜਪ ਕੇ ਦੂਸਰਿਆਂ ਨੂੰ ਜਪਾਉਂਦੇ ਰਹਿਣ। ਇਸ ਪਰਮਾਤਮਾ ਦੇ ਨਾਮ ਧਨ ਦੀ ਉਹਨਾਂ ਨੂੰ ਕਦੀ ਵੀ ਤੋਟ ਨਹੀਂ ਆਉਂਦੀ। ਔਰ ਪਰਮਾਤਮਾ ਦੇ ਨਾਮ ਧਨ ਦੀ ਏਡੀ ਵੱਡੀ ਬਰਕਤ ਹੈ, ਇਹ ਨੀਵਿਆਂ ਨੂੰ ਉੱਚਿਆਂ ਕਰ ਦਿੰਦਾ ਹੈ, ਨਿਆਸਰਿਆਂ ਨੂੰ ਆਸਰਾ ਦੇ। ਇਸ ਜਗਤ ਵਿੱਚ, ਇਸ ਸੰਸਾਰ ਵਿੱਚ ਹੋਰ ਕੋਈ ਆਸਰਾ ਨਹੀਂ। ਅੱਜ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਦਾ ਪਾਵਨ ਪਵਿੱਤਰ ਜੋਤੀ ਜੋਤ ਦਿਵਸ ਗੁਰਪੁਰਬ ਹੈ, ਜੋ ਸਮੁੱਚੇ ਸਿੱਖ ਜਗਤ ਵਿੱਚ ਬੜੇ ਪਿਆਰ, ਬੜੇ ਸਤਿਕਾਰ, ਬੜੀ ਭਾਵਨਾ ਸਹਿਤ ਮਨਾਇਆ ਜਾ ਰਿਹਾ ਹੈ। ਪਾਤਸ਼ਾਹ ਜੀ ਦੇ ਜੀਵਨ ਚੋਂ ਕੁਝ ਬੇਨਤੀਆਂ ਤੇ ਕੁਝ ਵਿਚਾਰਾਂ ਕਰਨੀਆਂ ਮੈਂ ਲਾਜ਼ਮੀ ਸਮਝਦਾ। ਲਹਿੰਦੇ ਪੰਜਾਬ ਵੱਲ ਜਦੋਂ ਰਾਵੀ ਦਰਿਆ ਆਪਣੇ ਬੜੇ ਤੇਜ਼ ਵੇਗ ਦੇ ਨਾਲ ਵਹਿੰਦਾ ਹੈ, ਉਸ ਰਾਵੀ ਦੇ ਕੰਢੇ ਤੇ ਇੱਕ ਬੜਾ ਪ੍ਰਸਿੱਧ ਨਗਰ ਹੈ, ਜਿਹੜਾ ਉਦੋਂ ਵੀ ਸੀ ਅੱਜ ਵੀ ਬੜਾ ਪ੍ਰਸਿੱਧ ਹੈ, ਜਿਹਦਾ ਨਾਮ ਹੈ ਲਾਹੌਰ। ਇਸ ਲਾਹੌਰ ਦੇ ਨਾਲ, ਇਸ ਲਾਹੌਰ ਸ਼ਹਿਰ ਦੇ ਨਾਲ ਸਾਡਾ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਵੇਲੇ ਤੋਂ ਹੀ ਵਾਹ ਵਾਸਤਾ ਪਿਆ। ਇਸ ਲਾਹੌਰ ਸ਼ਹਿਰ 'ਚ ਸਿੱਖੀ ਨਾਲ ਸੰਬੰਧਿਤ ਬਹੁਤ ਕੁਝ ਵਾਪਰਿਆ। ਨਾਲ ਨਾਲ ਸੰਖੇਪ 'ਚ ਬੇਨਤੀ ਕਰਾਂਗਾ ਜੇ ਸਮੇਂ ਨੇ ਇਜਾਜ਼ਤ ਦਿੱਤੀ। ਇਸ ਲਾਹੌਰ ਸ਼ਹਿਰ ਦੇ ਵਿੱਚ ਇੱਕ ਬਾਜ਼ਾਰ ਹੈ, ਸ਼ੇਰਾਂ ਵਾਲਾ ਗੇਟ ਦੇ ਨੇੜੇ ਵਾਲੇ ਪਾਸੇ, ਜਿਹਦਾ ਨਾਮ ਹੈ ਚੂਨਾ ਮੰਡੀ। ਉਹ ਚੂਨਾ ਮੰਡੀ ਬਾਜ਼ਾਰ ਦੇ ਵਿੱਚ ਇੱਕ ਸਧਾਰਨ ਪਰਿਵਾਰ ਹੈ, ਭਾਵ ਬਹੁਤ ਅਮੀਰ ਵੀ ਨਹੀਂ, ਬਹੁਤ ਗਰੀਬ ਵੀ ਨਹੀਂ, ਗੁਜ਼ਾਰਾ ਠੀਕ ਠੀਕ ਚੱਲਦਾ ਹੈ। ਉਸ ਪਰਿਵਾਰ ਦਾ ਜਿਹੜਾ ਮੁਖੀਆ ਹੈ ਉਹਦਾ ਨਾਮ ਹੈ ਠਾਕੁਰ ਦਾਸ। ਠਾਕੁਰ ਦਾਸ ਦੇ ਘਰ ਸਮਾਂ ਪਾ ਕੇ ਪੁੱਤਰ ਜਨਮ ਲੈਂਦਾ ਹੈ। ਉਹਦੇ ਪੁੱਤਰ ਦਾ ਨਾਮ ਹੈ ਹਰੀਦਾਸ।
ਠਾकुर दास बड़े चाह दे नाल, बड़े मलार दे नाल, बड़ी खुशी दे नाल अपने पुत्र हरिदास का विआह कारज करदा है। हरिदास की घरवाली का, इन्हां दी सुपत्नी का नाम बीबी दया कौर है। छोटा नाम बीबी अनूपी भी आया। विआह नूं बहुत लंबेरा समा गुजर गया, थोड़ा नहीं, 12 साल का वक्त विआह नूं गुजर गया। 12 साल बाद परमेश्वर परमात्मा ने घर विच पुत्र की दात बख्शी है। और ये दोनों जी किसी गल करके डोले नहीं कि घर विच पुत्र नहीं होया ते तुर पो कबरां तो धागे लैन, घर विच पुत्र नहीं होया ते चराए चनाओ ते पुत हो जाएगा। जो कुछ जिन्हां जिन्हां कर्मां तो मेरे सतगुरु ने मना किया है, गुरु नूं मत्था टेकण वाले उस राह पे आपां अज वेखदे हां। जिन्हां नूं गुरु दे शब्द दी सार नहीं, जिन्हां नूं मेरे मालिक दी ताकत दा पता ही नहीं कि मेरे मालिक दी ताकत की है। 12 साल विआह दा समा हो गया, गुजर गया। विआह दे 12 साल बाद इन्हां दे घर 25 सितंबर 1534 नूं सपुत्र ने जन्म लिया। घर विच पहले सपुत्र ने जन्म लिया, बड़े चाह दे नाल, बड़े प्यार दे नाल इस भाग जोड़ी ने, भाव हरिदास ते बीबी दया कौर ने अपने पुत्र का नाम भाई जेठा रखिया। इन्हां तो बाद इन्हां दे घर विच एक होर संतान हुई है, दूसरा सुपुत्र, जिहदा नाम हरदयाल रखिया। इन्हां दे घर तीसरी संतान हुई है, जिहड़ी एक धी दे रूप विच परमेश्वर ने दात बख्शी है, जिहदा नाम इन्हां ने रामदासी रखिया। प्रिंसीपल सतबीर सिंह साहब जी की लिखत मुताबिक बेनती कर रहा। जिंदगी का थोड़ा जिहा समा गुजरिया है। वड्डे सुपुत्र भाई जेठा जी की उम्र 7 साल की हुंदी है ते वारी वारी सिर माता ते पिता दोनों का सिर तो छाया उठ जाता है। दोनों माता पिता अकाल चलाना कर जाते हैं ते माता पिता के अकाल चलाने तो बाद यूं कह लो कि दुखों का पहाड़ टुट पिया। जिन्हों ने वेख्या ये गल्लां उन्हां लई ने जिन्हां ने किते दुख वेख्या। सियाणे लोग आखदे ने भी जिहड़ा बचपन है ना, जां बचपने दीयां खेडां, ये अमीर लोकां दे बच्चियां वास्ते ने, जिन्हां ने जमदियां सार घर दे विच गरीबी दे तंबू पाए वेखे होण, उन्हां दे नियाणे कदी भी बचपना नहीं वेखदे, वो जमदे ही सियाणे हो जाते हैं। घर दीयां लोड़ां, मजबूरियां, गरीबी, भुख दा दुख उन्हां नूं जन्म तो ही सियाणे कर दिंदा है। गल नूं नेड़े रखां। एक पासे सिर ते माता पिता दा छाया नहीं, वो दुख, दूसरा किरत विहार की करनी है, ये दुख, ते तीसरा छोटे भरा ते भैन की प्रतिपालना की जिम्मेदारी सिर ते आ दुख, ते नाल एक दुख वड्डा होर जुड़ गया भी ऐसे समय किसी भी कुटुंब कबीले के बंदे ने भाई जेठे की बाह नहीं फड़ी, कोई अगे नहीं आया। तां की होया, सारियां ने इस दुनिया तो जाना है। ये दुख पता नहीं किहदे घर विच कदों आ जाए। कोई गल नहीं जेठिया, फिकर ना करी, असीं तेरे नाल आ। कोई हमदर्दी जताउण ना आया। उस वेले इन्हां दे नानके जिहड़े ने ये बासर के गिल्लां पिंड विच ने, जो श्री गुरु अमरदास पातशाह महाराज जी दा अपना नगर, इन्हां दी नानकी ने विचारिया लोकां वास्ते ये सरीके दे होणगे, बगाने होणगे, दूजे तीजे होणगे, मेरे वास्ते ते मेरी धी दा लहू ने, मैं इन्हां नूं लाहौर दे विच रुलन नहीं देना। इस आस दे नाल मैं बुजुर्ग आ, ये बच्चे ने, जिवें किवें करके जिंदगी दे दिन अगे वधणगे। समा कदी भी इको जिहा नहीं रहिंदा। अज दुख दा समय,
ਜ਼ਰੂਰ ਇਹ ਦਿਨ ਫਿਰਨਗੇ, ਸਮਾਂ ਦੁੱਖ ਦਾ ਨਿਕਲੇਗਾ, ਕਿਉਂਕਿ ਸਮੇਂ ਦਾ ਆਪਣਾ ਇੱਕ ਸੁਭਾਅ ਹੈ, ਕਿਹੋ ਜਿਹਾ ਵੀ ਹੋਵੇ ਇਹ ਟਿਕਦਾ ਨਹੀਂ, ਇਹ ਨਿਕਲ ਜਾਂਦਾ ਹੈ, ਆਪਣਾ ਰੂਪ ਬਦਲ ਲੈਂਦਾ ਹੈ। ਭਾਈ ਸਾਹਿਬ ਭਾਈ ਵੀਰ ਸਿੰਘ ਸਾਹਿਬ ਜੀ ਨੇ ਸਮੇਂ ਲਈ ਇੱਕ ਰੁਬਾਈ ਕਹੀ ਹੈ ਨਾ, ਬੜੀ ਪਿਆਰੀ। ਰਹੀ ਵਾਸਤੇ ਘੱਤ ਸਮੇਂ ਨੇ ਇੱਕ ਨਾ ਮੰਨੀ, ਫੜ ਫੜ ਰਹੀ ਤਰੀਕ ਸਮੇਂ ਖਿਸਕਾਈ ਕੰਨੀ, ਤ੍ਰਿਖੇ ਆਪਣੇ ਵੇਗ ਗਿਆ ਲੰਘ ਬੰਨੋ ਬੰਨੀ, ਕਿਵੇਂ ਨਾ ਸਕੀ ਰੋਕ ਅਟਕ ਜੋ ਪਾਈ ਭੰਨੀ, ਉਹ ਅਜੇ ਸੰਭਾਲ ਇਸ ਸਮੇਂ ਨੂੰ, ਕਰ ਸਫਲ ਉਡੰਦਾ ਜਾਵੰਦਾ, ਇਹ ਠਹਿਰਨ ਮੂਲ ਨਾ ਜਾਣਦਾ, ਲੰਘ ਗਿਆ ਨਾ ਮੁੜ ਕੇ ਆਉਂਦਾ। ਸਮਾਂ ਨਾ ਇਹਨੇ ਗੁਜ਼ਰ ਜਾਣਾ ਹੈ, ਪਰ ਜਦੋਂ ਕਿਤੇ ਮਾੜਾ ਸਮਾਂ ਜ਼ਿੰਦਗੀ 'ਚ ਆਵੇ, ਦੁੱਖ ਬਹੁਤ ਹੁੰਦੇ ਨੇ, ਪਰ ਇੱਕ ਫਾਇਦਾ ਜ਼ਰੂਰ ਹੁੰਦਾ ਹੈ, ਉਦੋਂ ਸਹੀ ਮਾਨੀਆਂ ਵਿੱਚ ਆਪਣੇ ਰਿਸ਼ਤੇਦਾਰਾਂ ਦੀ, ਆਪਣੇ ਮਿੱਤਰਾਂ ਦੀ ਪਛਾਣ ਜ਼ਰੂਰ ਹੋ ਜਾਂਦੀ ਹੈ। ਜ਼ਿੰਦਗੀ 'ਚ ਕਿਤੇ ਔਖਾ ਸਮਾਂ ਆਵੇ, ਇੱਕ ਇੱਕ ਘੜੀ, ਇੱਕ ਇੱਕ ਦਿਨ ਸਾਲਾਂ ਬੱਧੀ ਹੋ ਜਾਂਦਾ ਹੈ, ਉਹ ਨਿਕਲਦਾ ਬੜਾ ਔਖਾ। ਖੁਸ਼ੀ ਦਾ ਸਮਾਂ ਤੇ ਝਟ ਗੁਜ਼ਰ ਜਾਂਦਾ ਹੈ, ਦੁੱਖਾਂ ਦੀ ਰਾਤ ਸਦੀਆਂ ਵਰਗੀ ਬਣ ਜਾਂਦੀ ਹੈ। ਦੁੱਖ ਤੇ ਬਹੁਤ ਹੁੰਦਾ ਹੈ, ਪਰ ਇੱਕ ਫਾਇਦਾ ਜ਼ਰੂਰ ਹੁੰਦਾ ਹੈ, ਸਹੀ ਮਾਨਿਆਂ 'ਚ ਪਰਖ ਉਦੋਂ ਹੀ ਹੁੰਦੀ ਹੈ, ਕੌਣ ਮੇਰਾ ਆਪਣਾ ਕੌਣ ਬੇਗਾਨਾ। ਆਪਣਾ ਉਹੀ ਹੁੰਦਾ ਜਿਹੜਾ ਦੁੱਖ ਵਿੱਚ ਨਾਲ ਖਲੋਵੇ ਤੇ ਸਾਥ ਦੇਵੇ। ਤਾਂ ਹੀ ਵਿਦਵਾਨ ਕਹਿੰਦੇ, ਵਿੱਚ ਸੁੱਖਾਂ ਦੀ ਸਾਰੀ ਦੁਨੀਆ ਨੇੜੇ ਢੁੱਕ ਢੁੱਕ ਬਹਿੰਦੀ, ਪਰਖੇ ਜਾਣ ਸੱਜਣ ਉਸ ਵੇਲੇ ਜਦ ਬਾਜੀ ਪੁੱਠੀ ਪੈਂਦੀ, ਵਿੱਚ ਤਲਾਂਦੇ ਜਿਸ ਦਮ ਸੱਸੀ ਬੈਠ ਖੁਰੇ ਤੇ ਰੋਈ, ਨਸ ਗਿਆ ਕਜਲਾ ਰੁੜ ਪੁੜ ਜਾਣਾ, ਹੱਥ ਨਾ ਛੱਡਿਆ ਮਹਿੰਦੀ। ਕੁਝ ਸੱਜਣ ਐਸੇ ਹੁੰਦੇ ਨੇ ਜਿਹੜੇ ਅੱਖਾਂ ਵਿੱਚ ਪਾਏ ਕਜਲੇ ਵਰਗੇ ਹੁੰਦੇ ਨੇ, ਦੋ ਹੰਝੂ ਕੀ ਆਏ ਸਾਥ ਛੱਡ ਤੁਰਦੇ ਨੇ, ਹੰਝੂਆਂ ਦੇ ਨਾਲ ਵਹਿ ਤੁਰਦੇ ਨੇ। ਇੱਕ ਸੱਜਣ ਉਹ ਹੁੰਦੇ ਨੇ ਜਿਹੜੇ ਮਹਿੰਦੀ ਦੇ ਰੰਗ ਵਰਗੇ ਹੁੰਦੇ ਨੇ, ਜਿਹੜੇ ਧੋਤਿਆਂ ਤੇ ਵੀ ਨਹੀਂ ਉਤਰਦੇ। ਗੱਲ ਨੇੜੇ ਰੱਖਾਂ, ਕਿਸੇ ਨੇ ਸਾਥ ਨਾ ਨਿਭਾਇਆ। ਨਾਨੀ ਮਾਂ ਆਪਣੇ ਦੋਤੇ ਭਾਈ ਜੇਠੇ ਨੂੰ, ਆਪਣੇ ਛੋਟੇ ਦੋਤੇ ਭਾਈ ਹਰਦਿਆਲ ਤੇ ਦੋਤਰੀ ਰਮਦਾਸੀ ਨੂੰ ਨਾਲ ਲੈ ਕੇ, ਇਹਨਾਂ ਨੇ ਲਾਹੌਰ ਦੇ ਘਰ ਦਾ ਦਰਵਾਜ਼ਾ ਹਮੇਸ਼ਾ ਲਈ ਬੰਦ ਕਰਕੇ, ਜਿਹੜੇ ਨਗਰ ਵਿੱਚ ਕੋਈ ਸਹਾਰਾ ਦੇਣ ਵਾਲਾ ਨਹੀਂ, ਜਿਹੜੇ ਨਗਰ 'ਚ ਕੋਈ ਦਿਲਾਸਾ ਦੇਣ ਵਾਲਾ ਨਹੀਂ, ਜਿਹੜੇ ਆਂਢ ਗੁਆਂਢ ਤੋਂ ਕਿਸੇ ਵੇਲੇ ਭੁੱਖ ਦੇ ਸਮੇਂ ਕੋਈ ਇੱਕ ਵਕਤ ਦੀ ਰੋਟੀ ਦੀ ਆਸ ਨਹੀਂ, ਉਹ ਲਾਹੌਰ ਨਗਰ ਆਪਣਾ ਨਹੀਂ ਜਾਪਦਾ। ਇਹਨੂੰ ਛੱਡ ਕੇ ਆਪਣੀ ਨਾਨੀ ਮਾਂ ਦੇ ਨਾਲ ਉਹਦੀ ਉਂਗਲ ਲੱਗ ਕੇ ਲਾਹੌਰ ਨੂੰ ਛੱਡ ਕੇ ਤੁਰ ਪਏ। ਬਸਰ ਕੇ ਗਿੱਲਾ ਆ ਗਿਆ। ਨਾਨੀ ਨੇ ਵਿਚਾਰਿਆ, ਇਹਦੀ ਉਮਰ ਛੋਟੀ ਬੜੀ ਹੈ, ਭਾਵੇਂ ਛੋਟਾ ਹੈ ਤੇ ਮੈਂ ਬਜ਼ੁਰਗ ਹਾਂ, ਦੋਨਾਂ ਨੂੰ ਸਹਾਰੇ ਦੀ ਲੋੜ ਹੈ। ਜਿੱਥੇ ਸਹਾਰੇ ਦੀ ਲੋੜ ਹੈ, ਉੱਥੇ ਲੋੜਾਂ ਵੀ ਬੜੀਆਂ ਸੀਮਤ ਨੇ। ਛਾਬੜੀ ਦਾ ਕੰਮ ਸ਼ੁਰੂ ਕਰਾ ਦਿੱਤਾ, ਥੋੜੇ ਜਿਹੇ ਛੋਲੇ ਭੁੰਨ ਦੇਣੇ, ਉਬਾਲ ਦੇਣੇ, ਲੂਣ ਮਿਰਚ ਨਾਲ ਦੇ ਦੇਣਾ। ਭਾਈ ਜੇਠਾ ਜੀ ਨੇ ਛਾਬੜੀ ਲਾ ਕੇ ਉਹ ਛੋਲੇ ਵੇਚ ਆਉਣੇ, ਜੋ ਪੈਸਾ ਟਕਾ ਮਿਲਣਾ ਉਹਦੇ ਤੋਂ ਪਰਿਵਾਰ ਦਾ ਗੁਜ਼ਾਰਾ ਚੱਲਣਾ। ਮੇਰੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਦਾ ਇਹ ਮੁੱਢਲਾ ਜੀਵਨ ਹੈ। ਇਸੇ ਤਰ੍ਹਾਂ ਜ਼ਿੰਦਗੀ ਦੇ ਦਿਨ ਥੋੜੇ ਜਿਹੇ ਹੋਰ ਰਿੜੇ ਤੇ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਨੇ ਗੋਇੰਦਵਾਲ ਨਗਰ ਵਸਾਉਣਾ ਸ਼ੁਰੂ ਕੀਤਾ। ਸ੍ਰੀ ਗੁਰੂ ਅੰਗਦ ਦੇਵ ਪਾਤਸ਼ਾਹ ਮਹਾਰਾਜ ਜੀ ਦੇ ਹੁਕਮ ਨਾਲ ਗੋਇੰਦਵਾਲ ਨਗਰ ਵਸਾਇਆ। ਉਸ ਗੋਇੰਦਵਾਲ ਨਗਰ ਵਿੱਚ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਆਪਣੇ ਨਗਰ ਬਾਸਰ ਕੇ ਤੋਂ ਬਹੁਤ ਸਾਰੇ ਲੋਕਾਂ ਨੂੰ ਗੋਇੰਦਵਾਲ ਲਿਆ ਕੇ ਵਸਾਇਆ। ਬਹੁਤ ਸਾਰੇ ਲੋਕ ਜਦੋਂ ਬਾਸਰ ਕੇ ਤੋਂ ਗੋਇੰਦਵਾਲ ਆਏ, ਉਹਨਾਂ ਦੇ ਨਾਲ ਹੀ ਭਾਈ ਜੇਠਾ ਜੀ ਆਪਣੀ ਨਾਨੀ ਦੇ ਨਾਲ ਗੋਇੰਦਵਾਲ ਨਗਰ ਆ ਗਏ। ਇੱਥੇ ਖਿਮਾ ਚਾਹਾਂਗਾ, ਇਹਨਾਂ ਦੇ ਛੋਟੇ ਭਰਾ ਤੇ ਇਹਨਾਂ ਦੀ ਭੈਣ, ਉਹਨਾਂ ਦਾ ਅਗਲਾ ਜੀਵਨ ਕਿਸ ਤਰ੍ਹਾਂ ਗੁਜ਼ਰਿਆ, ਉਹ ਪੱਖ ਕਿਹੜੇ ਪਾਸੇ ਨੂੰ ਤੁਰ ਪਿਆ, ਇਤਿਹਾਸ ਚੋਂ ਬਹੁਤਾ ਹਵਾਲਾ ਨਹੀਂ ਮਿਲਦਾ। ਭਾਈ ਜੇਠਾ ਜੀ ਨਾਨੀ ਦੇ ਨਾਲ ਜ਼ਿੰਦਗੀ ਦੇ ਦਿਨ ਗੁਜ਼ਾਰ ਰਹੇ ਨੇ ਤੇ ਗੋਇੰਦਵਾਲ ਸੰਗਤਾਂ ਦੀ ਭੀੜ ਬੜੀ ਰਹਿੰਦੀ। ਦੂਰ ਦੁਰਾਡੇ ਤੋਂ ਸੰਗਤਾਂ ਨੇ ਆਉਣਾ, ਸੰਗਤਾਂ ਨੇ ਜਾਣਾ।
ਭਾਈ ਜੇਠਾ ਜੀ ਨੇ ਛਾਬੜੀ ਲਾਉਣੀ, ਸੰਗਤਾਂ ਨੂੰ ਉਹ ਘੁੰਗਣੀਆਂ ਵੇਚਣੀਆਂ, ਕੁਝ ਮਾਇਆ ਮਿਲਣੀ, ਘਰ ਦਾ ਗੁਜ਼ਾਰਾ ਰੁੜ ਪਿਆ। ਗੁਰੂ ਕੀਆਂ ਸੰਗਤਾਂ ਨੂੰ ਗੁਰੂ ਦਰਬਾਰ ਵੱਲ ਜਾਂਦਿਆਂ ਵੇਖ ਕੇ ਇਹਨਾਂ ਦੇ ਮਨ 'ਚ ਵੀ ਚਾਹ ਪੈਦਾ ਹੋਇਆ, ਇਹ ਵੀ ਗੁਰੂ ਦਰਬਾਰ ਵੱਲ ਜਾਣ ਲੱਗ ਪਏ। ਹੁਣ ਜਦੋਂ ਸੰਗਤਾਂ ਮਾਇਆ ਰੱਖ ਕੇ ਮੱਥਾ ਟੇਕਦੀਆਂ ਨੇ, ਇਹ ਛੋਟੇ ਸਨ, ਇਹਨਾਂ ਨੇ ਇਹ ਪਹਿਲੀ ਵਾਰ ਵੇਖਿਆ, ਸਮਝ ਨਹੀਂ, ਪੁੱਛਿਆ ਵੀ ਗੁਰਦੁਆਰੇ ਆਉਣ ਦੇ ਇੱਥੇ ਕੁਝ ਪੈਸੇ ਲੱਗਦੇ ਨੇ, ਮੱਥਾ ਟੇਕਣਾ ਹੋਵੇ ਸਤਿਗੁਰੂ ਜੀ ਨੂੰ ਤਾਂ ਕੁਝ ਪੈਸੇ ਦੇਣੇ ਪੈਂਦੇ ਨੇ। ਗੁਰੂ ਕੇ ਸਿੱਖਾਂ ਨੇ ਸਮਝਾਇਆ, ਨਹੀਂ ਬੇਟਾ, ਇਹ ਸਤਿਗੁਰੂ ਪਾਤਸ਼ਾਹ ਜੀ ਦੇ ਦਰਸ਼ਨਾਂ ਵਾਸਤੇ ਨਹੀਂ, ਵੀ ਕੋਈ ਮਾਇਆ ਰੱਖੇ ਮੱਥਾ ਟੇਕੇ ਤਾਂ ਸਤਿਗੁਰੂ ਪਾਤਸ਼ਾਹ ਜੀ ਦੇ ਦਰਸ਼ਨ ਹੁੰਦੇ। ਇਹ ਤੇ ਸੰਗਤਾਂ ਆਪਣੇ ਦਸਵੰਧ ਦੀ ਮਾਇਆ ਲਿਆ ਕੇ ਭੇਟਾ ਕਰਦੀਆਂ ਨੇ। ਮੈਂ ਇੱਕ ਬੇਨਤੀ ਕਰਾਂ, ਜਿੱਥੇ ਫੇਸਬੁੱਕ ਤੇ WhatsApp ਦੇ ਰਾਹੀਂ ਇੱਕ ਜ਼ਰੀਆ ਬਣ ਗਿਆ ਲੋਕਾਂ ਦਾ ਇੱਕ ਦੂਸਰੇ ਦੇ ਨਾਲ ਜੁੜਨ ਦਾ, ਬਹੁਤ ਸਾਰਾ ਕੂੜ ਪ੍ਰਚਾਰ ਵੀ ਅਸੀਂ ਕਰਦੇ ਹਾਂ। ਮੈਨੂੰ ਹਰ ਰੋਜ਼ ਮੈਂ ਫੇਸਬੁੱਕ ਤੇ ਜਾਂ WhatsApp ਤੇ ਐਸੇ ਮੈਸੇਜ ਵੇਖਦਾ ਹਾਂ ਜਿਹੜੇ ਮਜ਼ਾਕਾਂ ਉਡਾ ਕੇ ਬਣਾਏ ਹੁੰਦੇ ਨੇ, ਔਰ ਉਹ ਮੈਂ ਪੂਰੀ ਗੱਲ ਕਹਿ ਵੀ ਨਹੀਂ ਸਕਦਾ ਕਿਉਂਕਿ ਆਪਣੀ ਮਜ਼ਾਕ ਆਪ ਉਡਾਉਣੀ ਚੰਗੀ ਗੱਲ ਨਹੀਂ। ਇਸ਼ਾਰਾ ਦਿਆਂਗਾ, ਤੁਸੀਂ ਸਮਝ ਜਾਓਗੇ। ਜਿਵੇਂ ਮਨਾ ਹੁੰਦਾ ਹੈ ਵੀ ਗੁਰੂ ਘਰ ਦੇ ਵਿੱਚ ਜਿੱਥੇ ਸਰੋਵਰ ਨੇ, ਜਿਵੇਂ ਉਹਨਾਂ ਸਰੋਵਰਾਂ ਦੇ ਵਿੱਚ ਮੱਛੀਆਂ ਨੇ, ਮੱਛੀਆਂ ਨੂੰ ਆਟਾ ਪਾਉਣਾ ਮਨਾ ਹੁੰਦਾ ਹੈ ਕਿ ਸਰੋਵਰ ਦੇ ਵਿੱਚ ਮੱਛੀਆਂ ਨੂੰ ਆਟਾ ਦਾਣਾ ਇਤਿਆਦਿਕ ਨਾ ਪਾਓ, ਤੇ ਉਹ ਆਪਸ ਵਿੱਚ ਲੜਦੀਆਂ ਨੂੰ। ਤੇ ਇਸ ਲਈ ਹੁੰਦਾ ਕਿ ਜੋ ਕੁਝ ਤੁਸੀਂ ਲਿਆ ਕੇ ਪਾਉਂਦੇ ਹੋ ਨਾ, ਇਹ ਆਟਾ ਮੱਛੀਆਂ ਦੀ ਖੁਰਾਕ ਨਹੀਂ, ਮੱਛੀਆਂ ਦਾ ਭੋਜਨ ਨਹੀਂ, ਬਿਮਾਰ ਹੋ ਜਾਂਦੀਆਂ ਨੇ, ਮਰ ਜਾਂਦੀਆਂ ਨੇ। ਕੁਝ ਮਜ਼ਾਕਾਂ ਬਣਾ ਕੇ ਤੇ ਨਾਲ ਕਿਹਾ ਹੁੰਦਾ ਵੀ ਆ ਜਿਹੜੀ ਮਾਇਆ ਨਾ, ਇਹ ਗੁਰਦੁਆਰੇ ਗੋਲਕ 'ਚ ਨਾ ਪਾਓ। ਜਿੰਨੇ ਤੁਸੀਂ ਸੁਣਦੇ ਹੋ ਜਾਂ ਇੱਥੇ ਬੈਠੇ ਹੋ, ਤੁਹਾਡੇ 'ਚੋਂ ਕਿੰਨੇ ਕੁ ਵੀਰ ਐਸੇ ਹੋਣਗੇ ਜਿਹੜੇ ਦਸਵੰਧ ਦੀ ਮਾਇਆ ਕੱਢ ਕੇ ਔਰ ਉਹਨੂੰ ਆਪ ਗਰੀਬ ਦਾ ਮੂੰਹ ਗੁਰੂ ਕੀ ਗੋਲਕ ਜਾਣ ਕੇ ਆਪਣੀ ਹੱਥੀ ਲਾਉਂਦੇ ਹੋਣਗੇ। ਪਹਿਲੀ ਗੱਲ ਤੇ ਦਸਵੰਧ ਕੱਢਦੇ ਹੀ ਵਿਰਲੇ ਨੇ। ਦਸਵੰਧ ਕੱਢਣ ਵਾਲਿਆਂ ਦੀ ਜਿਹੜੀ ਗਿਣਤੀ ਹੈ 10% ਤੋਂ ਵੀ ਵੱਧ ਨਹੀਂ। ਫਿਰ ਜਿਹੜੇ ਕੱਢਦੇ ਨੇ ਉਹਨਾਂ ਕੋਲ, ਉਹਨਾਂ ਚੋਂ 10% ਦਸਵੰਧ ਨਹੀਂ ਕੱਢਦੇ ਆਪਾਂ, ਤੇ ਜਿਹੜੇ ਕੱਢਦੇ ਨੇ ਉਹਨਾਂ ਚੋਂ ਕੋਈ ਵਿਰਲੇ ਨੇ ਜਿਹੜੇ ਉਸ ਮਾਇਆ ਨੂੰ ਕਿਸੇ ਗਰੀਬ ਦੇ ਬੱਚੇ ਦੀ ਫੀਸ, ਕਿਸੇ ਲੋੜਵੰਦ ਦੀ ਪੜ੍ਹਾਈ, ਕਿਸੇ ਗਰੀਬ ਦੀ ਧੀ ਦੇ ਵਿਆਹ ਵਾਸਤੇ ਖਰਚਦੇ ਹੋਣ। ਕਿਸੇ ਕੋਲ ਸਮਾਂ ਹੀ ਨਹੀਂ। ਉਹ ਫਿਰ ਕੀ ਤਰੀਕਾ ਹੈ? ਉਹ ਫਿਰ ਤਰੀਕਾ ਇਹ ਹੈ ਵੀ ਜਿਹੜਾ ਸਾਡਾ ਸਾਰਿਆਂ ਦਾ ਸਾਂਝਾ ਕੇਂਦਰ ਹੈ ਗੁਰਦੁਆਰਾ ਸਾਹਿਬ, ਉੱਥੇ ਆਪਾਂ ਮਾਇਆ ਦਿੰਨੇ ਆ। ਇਹਨਾਂ ਮਾਇਆ, ਇਸ ਮਾਇਆ ਤੋਂ ਫਿਰ ਧਰਮ ਦੇ ਕਾਰਜ ਹੁੰਦੇ ਨੇ। ਇਸ ਮਾਇਆ ਤੋਂ ਸੁੰਦਰ ਸਰਾਵਾਂ ਬਣਦੀਆਂ ਨੇ। 24 ਘੰਟੇ ਗੁਰੂ ਕਾ ਲੰਗਰ ਚੱਲਦਾ। ਇਹ ਦਸਵੰਧ ਦੀ ਮਾਇਆ ਤੋਂ ਹੀ ਚੱਲਦਾ ਨਾ। ਆਖਰ ਤੁਸੀਂ ਪਿਛਲੇ ਦਿਨੀ ਅਖਬਾਰਾਂ ਵਿੱਚ ਵੀ ਪੜ੍ਹਿਆ, ਇੱਥੇ ਜੰਤਰ ਮੰਤਰ ਪੂਰੇ ਹਿੰਦੁਸਤਾਨ ਤੋਂ ਲੋਕ ਆਉਂਦੇ ਨੇ ਧਰਨੇ ਲਾਉਣ ਵਾਸਤੇ, ਤੇ ਸਰਕਾਰ ਵੱਲੋਂ ਪਤਾ ਕੀ ਪ੍ਰਬੰਧ ਹੁੰਦਾ? ਤੁਸੀਂ ਦਿੱਲੀ ਨਿਵਾਸੀ ਰੋਜ਼ ਵੇਖਦੇ ਹੋ, ਆਪਾਂ ਰੋਜ਼ ਉੱਥੋਂ ਲੰਘਦੇ ਹੋ। ਸਰਕਾਰ ਨੇ ਜਿਹੜਾ ਵੀ ਇੱਥੇ ਕੋਈ ਧਰਨੇ ਲਾਉਣ ਆਵੇ, ਹੁਣ ਪਿਛਲੇ ਦਿਨੀ ਕਿਸਾਨ ਕਿੰਨੇ ਆ, ਪੰਜਾਬ ਤੋਂ ਆਏ, ਯੂਪੀ ਤੋਂ, ਕਿੱਥੋਂ ਕਿੱਥੋਂ ਆਉਂਦੇ ਰਹੇ, ਕੇਰਲਾ ਤੋਂ, ਤਮਿਲਨਾਡੂ ਤੋਂ। ਸਰਕਾਰ ਨੇ ਧਰਨੇ ਲਾਉਣ ਵਾਲਿਆਂ ਵਾਸਤੇ ਕੇਵਲ ਇੱਕੋ ਪ੍ਰਬੰਧ ਕੀਤਾ ਹੁੰਦਾ, ਡਾਂਗਾਂ ਦਾ। ਤੁਸੀਂ ਰੋਜ਼ ਵੇਖ ਸਕਦੇ ਹੋ, ਇੱਕੋ ਪ੍ਰਬੰਧ ਹੁੰਦਾ ਡਾਂਗਾਂ ਦਾ। ਇਧਰ ਵੀ ਵੇਖੋਗੇ ਪੁਲਿਸ ਲੱਗੀ ਹੈ। ਜ਼ਿਆਦਾ ਜੇ ਲੋਕ ਇਕੱਠੇ ਹੋ ਜਾਣ, ਉਹ CRP ਲਾ ਦੇਣਗੇ, ਹੋਰ ਲਾ ਦੇਣਗੇ। ਨਿਯਤ ਸਮੇਂ ਅਨੁਸਾਰ ਉੱਥੇ ਬੈਠੇ ਰਹੋ, ਆਪਣਾ ਜੋ ਤੁਸੀਂ ਬੋਲਣਾ ਬੋਲੀ ਜਾਓ। ਜਿਵੇਂ ਤੁਸੀਂ ਕੁਝ ਉੱਥੇ ਗੜਬੜ ਕੀਤੀ ਤੇ ਸਰਕਾਰ ਵੱਲੋਂ ਪ੍ਰਬੰਧ ਕੇਵਲ ਡਾਂਗਾਂ ਦਾ ਹੈ। ਇੱਕ ਟੂਟੀ ਨਹੀਂ ਹੈ ਜੰਤਰ ਮੰਤਰ ਜਿੱਥੋਂ ਧਰਨਾ ਦੇਣ ਵਾਲੇ ਪਾਣੀ ਪੀ ਸਕਣ, ਜਾ ਕੇ ਵੇਖ ਸਕਦੇ ਹੋ। ਇੱਕ ਟੂਟੀ ਲੱਗੀ ਹੋਵੇ, ਸਰਕਾਰ ਵੱਲੋਂ ਇੱਕ ਟੂਟੀ ਨਹੀਂ ਹੈ ਪਾਣੀ ਪੀਣ ਵਾਸਤੇ। ਤੇ ਜਿਤਨੇ ਵੀ ਲੋਕ ਪੂਰੇ ਹਿੰਦੁਸਤਾਨ ਤੋਂ ਉੱਥੇ ਆਉਂਦੇ ਨੇ ਨਾ, ਵੱਖ-ਵੱਖ ਆਪਣੀਆਂ ਮੰਗਾਂ ਲੈ ਕੇ, ਉਹਨਾਂ ਨੂੰ ਫਿਰ ਭੋਜਨ ਵੀ ਚਾਹੀਦਾ ਹੈ, ਵਿਸ਼ਰਾਮ ਵੀ ਚਾਹੀਦਾ ਹੈ। ਉਹਦਾ ਪ੍ਰਬੰਧ ਕਿੱਥੋਂ ਹੁੰਦਾ ਹੈ? ਚੇਤੇ 'ਚ ਰੱਖਣਾ, ਉਹਨਾਂ ਦਾ ਪ੍ਰਬੰਧ ਗੁਰਦੁਆਰਾ ਬੰਗਲਾ ਸਾਹਿਬ ਤੋਂ ਹੁੰਦਾ ਹੈ। ਜਿਹੜੇ ਆਖਦੇ ਨੇ ਵੀ ਗੁਰਦੁਆਰੇ ਜਾ ਕੇ ਗੋਲਕ 'ਚ ਪੈਸੇ ਨਾ ਪਾਓ,
ਉਹਨਾਂ ਲਈ ਬੇਨਤੀ ਕਰ ਰਿਹਾ, ਜਿਹੜੇ ਤੁਸੀਂ ਗੋਲਕ 'ਚ ਪੈਸੇ ਪਾਉਂਦੇ ਹੋ ਨਾ, ਇਹਨਾਂ ਨਾਲ ਕੇਵਲ ਗੁਰਦੁਆਰਾ ਬੰਗਲਾ ਸਾਹਿਬ ਹੀ ਲੰਗਰ ਨਹੀਂ, ਜੰਤਰ ਮੰਤਰ ਉਹਨਾਂ ਜਿਹੜੇ ਕੋਈ ਕਿਸੇ ਇਲਾਕੇ ਦਾ, ਕਿਸੇ ਸਟੇਟ ਦਾ, ਉਹਨਾਂ ਵਾਸਤੇ ਲੰਗਰ ਵੀ ਇੱਥੋਂ ਲਾਇਆ ਜਾਂਦਾ ਹੈ। ਧੰਨ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਦੇ ਲੰਗਰ ਚੋਂ ਮਹੀਨਿਆਂ ਬੱਧੀ ਕਸ਼ਮੀਰ 'ਚ ਲੰਗਰ ਜਾਂਦਾ ਰਿਹਾ। ਨੇਪਾਲ ਦੇ ਹੜ੍ਹਾਂ ਵਿੱਚ ਇਸੇ ਗੁਰੂ ਕੀ ਗੋਲਕ ਚੋਂ ਉੱਥੇ ਗਰੀਬ ਲੋਕਾਂ ਦੀ, ਹੜ੍ਹ ਪੀੜਤ ਲੋਕਾਂ ਦੀ ਮਦਦ ਕੀਤੀ ਜਾਂਦੀ ਹੈ। ਤੋ ਇਹ ਜਿਹੜਾ ਇਹੋ ਜਿਹਾ ਪ੍ਰਚਾਰ ਕਰਨਾ ਵੀ ਗੋਲਕ 'ਚ ਮਾਇਆ ਨਾ ਪਾਓ, ਇਹ ਬਿਲਕੁਲ ਕੂੜ ਪ੍ਰਚਾਰ ਹੈ। ਔਰ ਮੈਂ ਇਹ ਵੀ ਬੇਨਤੀ ਕਰਾਂ, ਇਹ ਗੁਰਮਤ ਨਹੀਂ, ਇਹ ਮਨਮਤ ਦਾ ਪ੍ਰਚਾਰ ਹੈ। ਗੁਰਮਤ ਦੀ ਉਦਾਹਰਣ ਮੈਂ ਦਿਆਂ ਰਹਿਤ ਮਰਿਆਦਾ ਚੋਂ, ਦਸਵੰਧ ਗੁਰੂ ਨਾ ਦੇਵਈ, ਝੂਠ ਬੋਲ ਜੋ ਖਾਏ, ਕਹੇ ਗੋਬਿੰਦ ਸਿੰਘ ਲਾਲ ਜੀ, ਤਿਸ ਕਾ ਕਿਛ ਨਾ ਬਸਾਏ, ਗੋਲਕ ਰਾਖੇ ਨਾਹੀ ਜੋ, ਛਲ ਕਾ ਕਰੇ ਵਪਾਰ, ਕਹੇ ਗੋਬਿੰਦ ਸਿੰਘ ਲਾਲ ਜੀ, ਭੋਗੇ ਨਰਕ ਹਜ਼ਾਰ। ਜਿਹੜਾ ਦਸਵੰਧ ਦੀ ਮਾਇਆ ਗੁਰੂ ਕੀ ਗੋਲਕ ਵਿੱਚ ਨਹੀਂ ਪਾਉਂਦਾ, ਗੁਰੂ ਦਾ ਦੇਣਦਾਰ ਬਣ ਜਾਂਦਾ ਹੈ। ਅਸੀਂ ਦਸਵੰਧ ਦੀ ਮਾਇਆ ਗੁਰੂ ਕੀ ਗੋਲਕ ਵਿੱਚ ਪਾਉਣੀ ਹੈ, ਗੁਰੂ ਘਰ ਵਿੱਚ ਦੇਣੀ ਹੈ, ਜਾਂ ਫਿਰ ਲੋੜਵੰਦ ਜਿੱਥੇ ਕੋਈ ਹੋਵੇ ਉੱਥੇ ਖਰਚਣੀ। ਉੱਥੇ ਨਹੀਂ ਖਰਚ ਕਰ ਸਕਦੇ, ਫਿਰ ਅਸੀਂ ਜੋ ਪ੍ਰਬੰਧ ਬਣਾਇਆ ਸਿੱਖ ਸੰਗਤਾਂ ਨੇ, ਉਸ ਪ੍ਰਬੰਧ ਦੇ ਵਿੱਚ ਅਸੀਂ ਉਹ ਮਾਇਆ ਦਈਏ। ਭਾਈ ਜੇਠਾ ਨੇ ਵੇਖਿਆ, ਮਾਇਆ ਕਿਉਂ ਦੇ ਰਹੇ ਹੋ? ਇਹ ਮਾਇਆ ਦਸਵੰਧ ਦੀ ਹੈ। ਦਸਵੰਧ ਕੀ ਹੁੰਦਾ? ਕਮਾਈ ਦਾ 10ਵਾਂ ਹਿੱਸਾ। ਤੇ ਕਮਾਈ ਕੀਤੀ, ਉਹਦੇ ਚੋਂ ਜੋ ਖਰਚਾ ਪਾਣੀ ਸਾਰਾ ਕੁਝ ਕੱਢ ਕੇ ਜੋ ਤੁਹਾਨੂੰ ਮੂਲ ਬਚਿਆ ਉਹਦਾ 10ਵਾਂ ਹਿੱਸਾ ਗੁਰੂ ਨੂੰ ਦੇਣਾ। ਅਗਲੀ ਗੱਲ ਪੁੱਛੀ ਕਿ ਜਿਨ੍ਹਾਂ ਨੂੰ ਤੇ ਬਹੁਤ ਸਾਰੀ ਮਾਇਆ ਬਚਦੀ ਹੋਏਗੀ, ਬਹੁਤ ਸਾਰੇ ਅਮੀਰ ਹੋਣਗੇ, ਉਹ ਦੇਣ? ਕਿਹਾ ਨਹੀਂ, ਥੋੜੀ ਤੋਂ ਥੋੜੀ ਵੀ। ਜਿਹਨੂੰ 1 ਰੁਪਈਆ ਬਚਦਾ ਨਾ, ਉਹਦੇ 10 ਪੈਸੇ ਹੀ ਦਸਵੰਧ ਗੁਰੂ ਨੂੰ ਪ੍ਰਵਾਨ ਨੇ। ਜਿਹਨੂੰ 100 ਰੁਪਈਆ ਬਚਦਾ, ਉਹਦੇ 10 ਰੁਪਈਏ ਗੁਰੂ ਨੂੰ ਪ੍ਰਵਾਨ ਨੇ। ਇਹ ਮਾਇਆ ਸੀਮਤ ਨਹੀਂ, ਇੱਥੇ ਦਸਵੰਧ ਹੈ। ਜਿੰਨੀ ਬਚਦੀ ਹੈ ਉਹਦਾ 10ਵਾਂ ਹਿੱਸਾ। ਭਾਈ ਜੇਠਾ ਜੀ ਨੇ ਦਸਵੰਧ ਕੱਢਣਾ ਸ਼ੁਰੂ ਕਰ ਦਿੱਤਾ। ਹੁਣ ਦਸਵੰਧ ਕੱਢਦੇ ਨੇ ਤੇ ਜਦੋਂ ਫਿਰ ਗੁਰਦੁਆਰਾ ਸਾਹਿਬ ਆਉਣਾ, ਭਾਵ ਸਤਿਗੁਰੂ ਪਾਤਸ਼ਾਹ ਜੀ ਨੂੰ ਮੱਥਾ ਟੇਕਣਾ, ਫਿਰ ਨਾਲ ਨਾਲ ਕੀ ਕਰਨਾ, ਜਦੋਂ ਮਾਇਆ ਦਸਵੰਧ ਦੀ ਭੇਟਾ ਕਰਨੀ, ਫਿਰ ਵੇਖਣਾ ਗੁਰੂ ਕੀ ਹਜ਼ੂਰੀ ਅੰਦਰ ਦਰਬਾਰ ਸਜਿਆ, ਕੀਰਤਨ ਹੋ ਰਿਹਾ, ਕੁਝ ਸਮਾਂ ਬੈਠ ਕੇ ਬਾਣੀ ਸੁਣਨੀ। ਸਿੱਖਾਂ ਨੂੰ ਸੇਵਾ ਕਰਦਿਆਂ ਵੇਖ ਕੇ ਮਨ ਵਿੱਚ ਚਾਹ ਪੈਦਾ ਹੋਣਾ, ਸੇਵਾ ਵਿੱਚ ਲੱਗ ਜਾਣਾ। ਫਿਰ ਸਮਾਂ ਨਿਯਤ ਕਰ ਲਿਆ, ਕੁਝ ਸਮਾਂ ਘੁੰਗਣੀਆਂ ਵੇਚਣੀਆਂ, ਕੁਝ ਸਮਾਂ ਜਿਹੜਾ ਸੇਵਾ ਕਰਨੀ, ਸੰਗਤ ਕਰਨੀ। ਹੌਲੀ ਹੌਲੀ ਕਰਕੇ ਸੇਵਾ 'ਚ, ਬਾਣੀ 'ਚ, ਸਿਮਰਨ 'ਚ ਐਸੀ ਲਿਵ ਲੱਗੀ। ਇਹਨਾਂ ਨੇ ਇਹ ਸਾਰੇ ਕੰਮ ਨੂੰ ਨੇਮ ਬਣਾ ਲਿਆ ਵੀ ਹਰ ਰੋਜ਼ ਜਾ ਕੇ ਸੇਵਾ ਨਿਭਾਉਣੀ। ਜਿਵੇਂ ਜਿਵੇਂ ਸੇਵਾ ਕਰਦੇ ਗਏ, ਰੰਗ ਲੱਗਦਾ ਗਿਆ। ਉਹ ਕਰਕੇ ਤੇ ਵੇਖੇ। ਹੁਣ ਮੈਂ ਇੱਥੇ ਵੀ ਬਹੁਤ ਸਾਰੇ ਵੇਖਿਆ ਵੀ ਇੱਥੇ ਅਮੀਰੀ ਦਾ ਪ੍ਰਗਟਾਵਾ ਇਹਨਾਂ ਵੀ ਅਸੀਂ ਨੌਕਰ ਘਰੋਂ ਨਾਲ ਹੀ ਲੈ ਕੇ ਆਉਨੇ ਆ। ਜੋੜੇ ਘਰ ਲਾਗੇ ਆ ਕੇ ਜੇ ਜੋੜਾ ਲਾਇਆ, ਉਹ ਨੌਕਰ ਨੇ ਚੁੱਕ ਕੇ ਲੈ ਜਾਣਾ ਹੈ, ਗੱਡੀ 'ਚ ਜਾ ਕੇ ਰੱਖੇਗਾ। ਜਦੋਂ ਅਸੀਂ ਬਾਹਰ ਜਾਣਾ ਹੈ, ਉਦੋਂ ਫਿਰ ਉਹਨੂੰ ਮਿਸ ਕਾਲ ਕਰਨੀ ਹੈ, ਭੱਜਾ ਆਏਗਾ ਜੋੜਾ ਲੈ ਕੇ, ਤਾਂ ਕਿ 4 ਲੋਕਾਂ ਨੂੰ ਪਤਾ ਤੇ ਲੱਗੇ ਮੈਂ ਇੰਨਾ ਅਮੀਰ ਹਾਂ। ਸੇਵਾ ਕਰਦਿਆਂ ਕਰਦਿਆਂ ਜਦੋਂ ਰੰਗ ਲੱਗਦਾ, ਉਦੋਂ ਨਿਮਰਤਾ ਆਉਂਦੀ ਹੈ। ਉਦੋਂ ਸਿੱਖ ਮੇਰੇ ਮਾਲਕ ਦੇ ਅੱਗੇ ਆ ਕੇ ਤੇ ਭਿਖਾਰੀ ਬਣਦਾ ਹੈ, ਮੇਰੇ ਮਾਲਕ ਦੇ ਅੱਗੇ ਆ ਕੇ ਤੇ ਝੋਲੀ ਅੱਡਦਾ। ਇੱਥੇ ਦਿਖਾਵਾ ਕਾਹਦਾ? ਇੱਥੇ ਤੇ ਵੱਡੇ ਵੱਡੇ ਰਾਜੇ ਮਹਾਰਾਜੇ ਇਸ ਦਰ ਦੇ ਵਿੱਚ, ਇਸ ਘਰ ਦੇ ਵਿੱਚ ਆ ਕੇ ਝੋਲੀਆਂ ਅੱਡਦੇ ਵੇਖੇ ਗਏ। ਇੱਥੇ ਕਿਹੜਾ ਜਿਹੜਾ ਇਸ ਘਰ ਦੀ ਟੇਕ ਨਹੀਂ ਲੈਂਦਾ? ਸਾਡੇ ਦੇਸ਼ ਦੇ ਮੌਜੂਦਾ ਰਾਸ਼ਟਰਪਤੀ ਰਿਜ਼ਲਟ ਆਉਣ ਤੋਂ ਪਹਿਲਾਂ ਤੁਸੀਂ ਵੇਖਿਆ ਅਖਬਾਰਾਂ ਰਾਹੀਂ, ਉਹਨਾਂ ਨੇ ਇਸ ਘਰ ਦਾ ਆਸਰਾ ਤੱਕਿਆ, ਇੱਥੇ ਆ ਕੇ ਅਰਦਾਸ ਕੀਤੀ ਵੀ ਸਤਿਗੁਰੂ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਮੇਰੇ ਤੇ ਕਿਰਪਾ ਕਰੋ, ਮੈਨੂੰ ਇਹ ਪਦਵੀ ਬਖਸ਼ੋ। ਇੱਥੇ ਤੇ ਵੱਡੇ ਵੱਡੇ ਰਾਜੇ ਮਹਾਰਾਜੇ ਆਉਂਦੇ ਨੇ, ਇੱਥੇ ਕਾਹਦਾ ਪ੍ਰਗਟਾਵਾ ਕਰਨਾ? ਸੇਵਾ ਕਰਦਿਆਂ ਕਰਦਿਆਂ ਰੰਗ ਲੱਗਦਾ ਗਿਆ। ਹੱਥਾਂ ਨਾਲ ਸੇਵਾ ਕਰਨੀ, ਸਮੇਂ ਨਾਲ ਕਿਰਤ ਵੀ ਕਰਨੀ, ਰਸਨਾਂ ਤੋਂ ਗੁਰਬਾਣੀ ਪੜ੍ਹਨੀ। ਸਤਿਗੁਰੂ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦੇ ਮਹਿਲ ਬੀਬੀ ਮਨਸਾ ਦੇਵੀ ਜੀ ਇੱਕ ਦਿਨ ਵਿਚਾਰ ਕਰ ਰਹੇ ਨੇ। ਬੀਬੀ ਦਾਨੀ ਜੀ ਦਾ ਸਮੇਂ ਸਿਰ ਵਿਆਹ ਕੀਤਾ ਭਾਈ ਰਾਮਾ ਜੀ ਦੇ ਨਾਲ। ਬੀਬੀ ਭਾਨੀ ਜੀ ਦੇ ਵਿਆਹ ਵਾਸਤੇ ਵਰ ਚਾਹੀਦਾ। ਪਾਤਸ਼ਾਹ ਜੀ ਨੇ ਕਿਹਾ ਕਿਹੋ ਜਿਹਾ ਵਰ ਚਾਹੀਦਾ?
ਤੇ ਬੀਬੀ ਮਨਸਾ ਦੇਵੀ ਜੀ ਕਹਿਣ ਲੱਗੇ, ਮੈਂ ਕਈ ਵਾਰ ਵੇਖਦੀ ਆ, ਮੈਨੂੰ ਉਸ ਬੱਚੇ ਵਿੱਚ ਗੁਣ ਹੀ ਗੁਣ ਦਿਖਾਈ ਦਿੰਦੇ ਨੇ। ਕਿਰਤ ਵੀ ਕਰਦਾ ਹੈ, ਸੇਵਾ ਵੀ ਕਰਦਾ, ਬਾਣੀ ਵੀ ਪੜ੍ਹਦਾ। ਮੈਂ ਸੋਚਦੀ ਹਾਂ ਵੀ ਮੇਰਾ ਜਵਾਈ ਹੋਵੇ ਨਾ, ਤੇ ਉਸ ਬੱਚੇ ਵਰਗਾ ਹੋਵੇ ਜਿਹੜਾ ਛਾਬੜੀ ਲਾ ਕੇ ਘੁੰਗਣੀਆਂ ਵੇਚਦਾ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਰਹਿਮਤ ਕਰ ਦਿੱਤੀ ਕਿ ਮੇਰਾ ਜਵਾਈ ਛਾਬੜੀ ਲਾ ਕੇ ਘੁੰਗਣੀਆਂ ਵੇਚਣ ਵਾਲੇ ਭਾਈ ਜੇਠੇ ਵਰਗਾ ਨਹੀਂ, ਮੇਰਾ ਜਵਾਈ ਜਿਹੜਾ ਉਹ ਭਾਈ ਜੇਠਾ ਆਪ ਹੀ ਹੋਏਗਾ। ਮੈਂ ਭਾਈ ਜੇਠੇ ਨੂੰ ਹੀ ਆਪਣਾ ਜਵਾਈ ਕਿਉਂ ਨਾ ਬਣਾਵਾਂ। ਤੇ ਲਾਗੋ ਸਿੱਖਾਂ ਨੇ ਕਿਹਾ, ਮਹਾਰਾਜ ਧੀ ਦਾ ਸਾਕ ਕਰਨਾ, ਘਰ ਪਰਿਵਾਰ ਵੇਖਣਾ ਪੈਂਦਾ ਹੈ, ਉਹਨਾਂ ਦੀ ਕੁੱਲ, ਉਹਨਾਂ ਦਾ ਕੁਟੁੰਬ, ਉਹਨਾਂ ਦਾ ਕਾਰੋਬਾਰ, ਸਾਰਾ ਕੁਝ ਵੇਖਣਾ ਪੈਂਦਾ ਹੈ। ਮਹਾਰਾਜ ਭਾਈ ਜੇਠੇ ਕੋਲ ਤੇ ਕੁਝ ਵੀ ਨਹੀਂ, ਇਹ ਤੇ ਯਤੀਮ ਹੈ। ਤੇ ਮੇਰੇ ਮਾਲਕ ਨੇ ਰਹਿਮਤ ਕੀਤੀ, ਉਹਨਾਂ ਆਖਿਆ ਦੁਨੀਆ ਦੇ ਲੋਕਾਂ ਦੀ ਨਿਗਾਹ ਵਿੱਚ ਭਾਈ ਜੇਠਾ ਯਤੀਮ ਹੈ, ਮੇਰੀ ਨਿਗਾਹ ਵਿੱਚ ਭਾਈ ਜੇਠਾ ਯਤੀਮ ਨਹੀਂ। ਦੁਨੀਆ ਦੀ ਨਿਗਾਹ ਵਿੱਚ ਭਾਈ ਜੇਠੇ ਕੋਲ ਕੁਝ ਵੀ ਨਹੀਂ, ਇਹ ਗਰੀਬ ਹੈ। ਮੇਰੀ ਨਿਗਾਹ ਵਿੱਚ ਤੇ ਭਾਈ ਜੇਠੇ ਵਰਗਾ ਕੋਈ ਅਮੀਰ ਦਿਖਾਈ ਨਹੀਂ ਪੈਂਦਾ, ਜਿਹੜਾ ਕਿਰਤ ਕਰਦਾ ਹੋਵੇ, ਦਸਵੰਧ ਕੱਢਦਾ ਹੋਵੇ, ਜਿਹੜਾ ਹੱਥੀਂ ਸੇਵਾ ਕਰੇ, ਜਿਹਦਾ ਹਿਰਦਾ ਗੁਰੂ ਕੀ ਪਾਵਨ ਬਾਣੀ ਦੇ ਨਾਲ ਰਤਿਆ ਹੋਵੇ। ਗੁਰੂ ਕੇ ਸਿੱਖੋ ਨੂੰ ਕਿਹੜੀ ਰਸਨਾ ਨਾਲ ਗਰੀਬ ਆਖੋਗੇ? ਕਿਵੇਂ ਆਖੋਗੇ ਉਹ ਗਰੀਬ ਹੈ? ਜਿਹਦੇ ਪੱਲੇ ਗੁਰੂ ਨਾਨਕ ਦੀ ਸਿੱਖੀ ਹੈ ਉਹ ਗਰੀਬ ਨਹੀਂ, ਉਹਦੇ ਵਰਗੀ ਅਮੀਰੀ ਤੇ ਕਿਸੇ ਵਿਰਲੇ ਨੂੰ ਨਸੀਬ ਹੁੰਦੀ। ਗੱਲ ਨੇੜੇ ਰੱਖਾਂ, ਭਾਈ ਜੇਠੇ ਨੂੰ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਆਪਣੀ ਧੀ ਦਾ ਡੋਲਾ ਦੇ ਕੇ ਵਿਆਹ ਕਾਰਜ ਕੀਤਾ, ਆਪਣਾ ਜਵਾਈ ਬਣਾ ਲਿਆ। ਇਥੋਂ ਫਿਰ ਪ੍ਰੀਖਿਆ ਹੋਰ ਜ਼ਿਆਦਾ ਕਰੜੀ ਹੋ ਗਈ। ਦੁਨੀਆ ਦੇ ਲੋਕ ਆਖਦੇ ਨੇ ਗੁਰੂ ਦਾ ਜਵਾਈ ਹੈ, ਭਾਈ ਜੇਠਾ ਜੀ ਆਖਦੇ ਨੇ ਇਹ ਤੇ ਗੁਰੂ ਦੀ ਵਡਿਆਈ ਹੈ, ਜਿਨੇ ਮੇਰੇ ਤੇ ਪਰਉਪਕਾਰ ਕੀਤਾ। ਮੈਂ ਗੁਰੂ ਦਾ ਸੇਵਕ ਬਣ ਕੇ ਸੇਵਾ ਕਰਨੀ ਹੈ, ਮੈਂ ਗੁਰੂ ਦਾ ਜਵਾਈ ਬਣ ਕੇ ਆਕੜ ਨਹੀਂ ਵਿਖਾਉਣੀ। ਜਵਾਈ ਕਿਵੇਂ ਦਾ ਹੋਣਾ ਚਾਹੀਦਾ ਹੈ? ਭਾਈ ਜੇਠਾ ਜੀ ਦਾ ਜੀਵਨ ਪੜ੍ਹ ਲਿਓ। ਸੇਵਾ ਕਰਦਿਆਂ ਕਰਦਿਆਂ ਐਸਾ ਰੰਗ ਲੱਗਾ, ਇੱਕ ਦਿਨ ਆ ਗਏ ਸਰੀਕੇ ਦੇ ਲੋਕ ਲਾਹੌਰ ਤੋਂ, ਜਿਨ੍ਹਾਂ ਨੇ ਕਿਸੇ ਵੇਲੇ ਬਾਹ ਨਹੀਂ ਸੀ ਨਾ ਫੜੀ। ਇੱਕ ਦਿਨ ਗੁਰੂ ਦਰਬਾਰ ਵਿੱਚ ਆਏ ਇਸ ਮਾਨ ਨਾਲ ਵੀ ਸਾਡੀ ਤਾਂ ਗੁਰੂ ਨਾਲ ਰਿਸ਼ਤੇਦਾਰੀ ਹੈ, ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਨਾਲ ਹੁਣ ਕੁੜਮਾਚਾਰੀ ਹੋ ਗਈ ਹੈ, ਸਾਡੀ ਬੰਸ ਦਾ, ਸਾਡੀ ਕੁੱਲ ਦਾ ਭਾਈ ਜੇਠਾ ਸਤਿਗੁਰੂ ਜੀ ਦਾ ਜਵਾਈ ਹੈ। ਉਹਨਾਂ ਉਸੇ ਆਕੜ, ਉਸੇ ਮਾਣ ਦੇ ਨਾਲ ਆ ਕੇ ਮਾਣ ਸਤਿਕਾਰ ਚਾਹਿਆ ਵੀ ਸਾਡੇ ਵਾਸਤੇ ਤੇ ਸਾਰਾ ਕੁਝ ਸਪੈਸ਼ਲ ਹੋਏਗਾ, ਇੱਥੇ ਕੁਝ ਵੀ ਨਾ। ਜਦੋਂ ਵੇਖਿਆ ਉਹਨਾਂ ਨੇ ਭਾਈ ਜੇਠੇ ਨੂੰ, ਪੁੱਛਿਆ ਵੀ ਭਾਈ ਜੇਠਾ ਉਹ ਕਿੱਥੇ ਹੈ? ਸਿੱਖਾਂ ਨੇ ਦੱਸਿਆ ਵੀ ਭਾਈ ਜੇਠਾ ਕਿੱਥੇ ਹੈ? ਕਿਤੇ ਨਾ ਕਿਤੇ ਸੇਵਾ 'ਚ ਲੱਗੇ ਹੋਣਗੇ। ਕੀ ਵੇਖਿਆ ਵੀ ਸੇਵਾ ਚੱਲ ਰਹੀ ਹੈ, ਸਿਰ ਤੇ ਮਿੱਟੀ ਵਾਲੀ ਟੋਕਰੀ ਚੁੱਕੀ। ਪਰਿਵਾਰ ਦੇ ਜਿਹੜੇ ਲੋਕ, ਉਹਨਾਂ ਨੇ ਆਖਿਆ ਜੇਠਿਆ ਤੂੰ ਸਾਡਾ ਨੱਕ ਵਢਾ ਦਿੱਤਾ, ਤੂੰ ਸਾਨੂੰ ਕਾਹੀ ਜੋਗੇ ਨਹੀਂ ਛੱਡਿਆ। ਜੇ ਤੂੰ ਗੁਰੂ ਦਾ ਜਵਾਈ ਸੀ, ਜਵਾਈਆਂ ਵਾਲਾ ਟੌਰ ਰੱਖਦਾ, ਮਿੱਟੀ ਦੀ ਟੋਕਰੀ ਸਿਰ ਤੇ ਚੁੱਕ ਕੇ ਤੁਰਿਆ ਫਿਰਦਾ, ਲੋਕੀ ਸਾਨੂੰ ਕੀ ਆਖਣਗੇ? ਭਾਈ ਜੇਠਾ ਜੀ ਨੇ ਬੜੇ ਪਿਆਰ ਨਾਲ ਆਖਿਆ, ਜਿੱਦਣ ਸਿਰ ਤੋਂ ਮਾਤਾ ਪਿਤਾ ਦਾ ਛਾਇਆ ਉੱਠ ਗਿਆ, ਮੈਂ ਲਾਹੌਰ ਦੀਆਂ ਗਲੀਆਂ ਨੂੰ ਸਦੀਵੀ ਅਲਵਿਦਾ ਕਹਿ ਕੇ ਤੁਰਿਆ। ਮੇਰੇ ਪਰਿਵਾਰ ਦੇ ਲੋਕੋ, ਤੁਹਾਨੂੰ ਉਦਣ ਨਾ ਕਿਸੇ ਨੇ ਕੁਝ ਆਖਿਆ ਵੀ ਆਪਣੇ ਬੱਚੇ ਨੂੰ ਰੋਕੀਏ? ਜਿੱਦਣ ਮੇਰੇ ਕੋਲ ਖਾਣ ਵਾਸਤੇ 2 ਵਕਤ ਦੀ ਰੋਟੀ ਨਹੀਂ ਸੀ, ਉਦਣ ਤੁਹਾਡੇ ਚੋਂ ਮੇਰੀ ਕੋਈ ਸਾਰ ਲੈਣ ਨਾ ਆਇਆ, ਉਦਣ ਨਾ ਤੁਹਾਨੂੰ ਕਿਸੇ ਨੇ ਆਖਿਆ ਵੀ ਇਹ ਤੁਹਾਡਾ ਬੱਚਾ, ਇਹਦੀ ਸਾਰ ਲਓ, ਇਹ ਭੁੱਖ ਦੇ ਦੁੱਖ ਨਾਲ ਜੂਝ ਰਿਹਾ ਹੈ, ਇਹਦੀ 2 ਵੇਲੇ ਦੀ ਰੋਟੀ ਦਾ ਪ੍ਰਬੰਧ ਕਰ, ਉਦਣ ਤੁਹਾਡੇ ਚੋਂ ਕੋਈ ਨਾ ਆਇਆ। ਇਹ ਗੁਰੂ ਦੀ ਵਡਿਆਈ ਹੈ, ਜਿਸ ਮੇਰੇ ਮਾਲਕ ਨੇ ਇਹ ਰਹਿਮਤ ਕੀਤੀ, ਬਖਸ਼ਿਸ਼ ਕੀਤੀ। ਅੱਜ ਸਤਿਗੁਰੂ ਨੇ ਰਹਿਮਤ ਕਰ ਦਿੱਤੀ, ਅੱਜ ਤੁਹਾਨੂੰ ਆਪਣਾਪਣ ਦਿਖਾਈ ਪੈਣ ਲੱਗ ਪਿਆ, ਅੱਜ ਤੁਹਾਨੂੰ ਮਾਣ ਤੇ ਸ਼ੋਭਾ ਇਹ ਸਾਰਾ ਕੁਝ ਦਿਖ ਪਿਆ। ਚੇਤੇ 'ਚ ਰੱਖਿਓ, ਗੁਰੂ ਨਾਨਕ ਦੇ ਘਰੋਂ ਉਹਨੂੰ ਹੀ ਕੁਝ ਮਿਲਦਾ ਹੈ ਜਿਹੜਾ ਇੱਥੇ ਨਿਮਰਤਾ ਦੇ ਨਾਲ ਆਵੇ, ਜਿਹੜਾ ਕਿਸੇ ਵੀ ਪਦਵੀ ਦਾ ਮਾਣ ਹੰਕਾਰ ਰੱਖ ਕੇ ਆਏਗਾ।
ਉਹਨੂੰ ਇੱਥੋਂ ਕੁਝ ਵੀ ਨਹੀਂ ਜੇ ਮਿਲਦਾ। ਇੱਥੇ ਨਿਮਰਤਾ ਨਾਲ ਸੇਵਾ ਕਰਨ ਵਾਲਿਆਂ ਨੂੰ ਮਿਲਦਾ ਹੈ। ਬੜੀਆਂ ਪ੍ਰੀਖਿਆਵਾਂ ਹੋਈਆਂ, ਥੜੇ ਬਣਾਉਣ ਵਾਲੀ ਵਿਸਾਖੀ ਆਪ ਜੀ ਨੇ ਸੁਣੀ ਹੈ। ਅਖੀਰ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਨੇ ਆਪਣੇ ਪੁੱਤਰਾਂ ਨਾਲੋਂ ਆਪਣੇ ਦੂਸਰੇ ਜਵਾਈ ਭਾਈ ਰਾਮਾ ਜੀ ਨਾਲੋਂ ਯੋਗ ਜਾਣ ਕੇ ਗੁਰਤਾ ਗੱਦੀ ਦੀ ਬਖਸ਼ਿਸ਼ ਭਾਈ ਜੇਠਾ ਜੀ ਨੂੰ ਕੀਤੀ। ਭਾਈ ਜੇਠਾ ਜੀ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਬਣ ਕੇ ਜਗਤ ਜਲੰਧਰ ਨੂੰ ਠਾਰਨ ਵਾਸਤੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਤਖਤ ਤੇ ਸ਼ੋਭਾਇਮਾਨ ਹੋਏ। ਧੰਨ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੀ ਸੰਤਾਨ ਵਿੱਚ 3 ਸੁਪੁੱਤਰ ਨੇ। ਵੱਡੇ ਬਾਬਾ ਪਿਰਥੀ ਚੰਦ ਜੀ, ਦੂਸਰੇ ਬਾਬਾ ਮਹਾਦੇਵ ਜੀ, ਸਭ ਤੋਂ ਛੋਟੇ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ। ਤੇ ਧੰਨ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਨੇ ਆਪਣੇ ਸਹੁਰੇ ਗੁਰੂ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਵਾਲੀ ਪਾਰਖੂ ਅੱਖ ਰੱਖੀ। ਇਹ ਗੁਰਤਾ ਗੱਦੀ ਇੱਕ ਕੋਈ ਪਿਤਾ ਪੁਰਖੀ ਜਗੀਰ ਨਹੀਂ ਵੀ ਜ਼ਰੂਰੀ ਆਪਣੇ ਪੁੱਤਰ ਨੂੰ ਦੇਣੀ ਹੈ। ਇਹ ਤੇ ਗੁਰੂ ਨਾਨਕ ਪਾਤਸ਼ਾਹ ਜੀ ਦਾ ਧੁਰ ਦਰਗਾਹ ਤੋਂ ਬਖਸ਼ਿਸ਼ ਕੀਤਾ ਤਖਤ ਹੈ। ਤਖਤ ਰਾਜਾ ਸੋ ਬਹਿ ਜੋ ਤਖਤੇ ਲਾਇਕ ਹੋਈ, ਇਹਦੇ ਉੱਪਰ ਉਹੀ ਬੈਠੇਗਾ ਜੋ ਇਸ ਲਾਇਕ ਹੋਏਗਾ। ਤਿੰਨਾਂ ਪੁੱਤਰਾਂ ਚੋਂ ਆਪਣੇ ਸਭ ਤੋਂ ਛੋਟੇ ਸੁਪੁੱਤਰ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਨੂੰ ਯੋਗ ਜਾਣ ਕੇ ਗੁਰਤਾ ਗੱਦੀ ਦੀ ਬਖਸ਼ਿਸ਼ ਕੀਤੀ। ਪਿਰਥੀ ਚੰਦ ਨੇ ਬੜਾ ਰੌਲਾ ਪਾਇਆ, ਬੜੀਆਂ ਚਾਲਾਂ ਚੱਲੀਆਂ, ਪਰ ਬਾਬਾ ਬੁੱਢਾ ਸਾਹਿਬ ਜੀ ਨੇ ਪਿਰਥੀ ਚੰਦ ਦੀ ਇੱਕ ਨਾ ਜਾਣ ਦਿੱਤੀ। ਬਾਬਾ ਬੁੱਢਾ ਸਾਹਿਬ ਜੀ ਨੇ ਪਿਰਥੀ ਚੰਦ ਦੀ ਕੋਈ ਪੇਸ਼ ਨਾ ਜਾਣ ਦਿੱਤੀ ਔਰ ਡਟ ਕੇ ਇਸ ਗੱਲ ਦਾ ਪ੍ਰਚਾਰ ਕੀਤਾ, ਦੁਨੀਆ ਦੇ ਲੋਕੋ, ਇਹ ਸ਼ੁਰੂ ਤੋਂ ਮਰਿਆਦਾ ਚੱਲਦੀ ਆਈ ਹੈ। ਤੁਸੀਂ ਭਾਵੇਂ ਨਹੀਂ ਵੇਖਿਆ, ਮੈਂ ਤੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਸਮੇਂ ਤੋਂ ਆਪਣੀਆਂ ਅੱਖਾਂ ਦੇ ਨਾਲ ਦੇਖਿਆ ਹੈ। ਇਹ ਪੁੱਤਰਾਂ ਦਾ ਦਾਵਾ ਨਹੀਂ, ਕਿਸੇ ਸਾਖ ਕਿਸੇ ਰਿਸ਼ਤੇ ਦਾ ਦਾਵਾ ਨਹੀਂ, ਇਹ ਤੇ ਯੋਗਤਾ ਹੈ ਜਿਹਦਾ ਜੀਵਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੀ ਨਜ਼ਰ ਪ੍ਰਵਾਨ ਹੋ ਗਿਆ। ਸਤਿਗੁਰੂ ਪਾਤਸ਼ਾਹ ਜੀ ਨੇ ਉਹਨੂੰ ਗੁਰਤਾ ਗੱਦੀ ਬਖਸ਼ਿਸ਼ ਕੀਤੀ। ਬੜੀਆਂ ਚਾਲਾਂ ਚੱਲੀਆਂ ਪਿਰਥੀ ਨੇ, ਇੱਕ ਨਾ ਚੱਲਣ ਦਿੱਤੀ ਬਾਬਾ ਬੁੱਢਾ ਸਾਹਿਬ ਜੀ ਨੇ। ਗੁਰੂ ਕੀਆਂ ਸੰਗਤਾਂ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਤੇ ਝੁਕ ਗਈਆਂ, ਕਿਉਂਕਿ ਧੰਨ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਨੇ ਗੁਰਤਾ ਗੱਦੀ ਬਖਸ਼ਿਸ਼ ਕਰਨ ਵੇਲੇ ਆਪ ਮੱਥਾ ਟੇਕਿਆ। ਗੁਰਤਾ ਗੱਦੀ ਬਖਸ਼ਿਸ਼ ਕਰਕੇ ਗਰੀਬ ਨਵਾਜ ਮਹਾਰਾਜ ਜੀ ਆਪ 1 ਸਤੰਬਰ 1581 ਨੂੰ 46 ਸਾਲ 11 ਮਹੀਨੇ ਤੇ 7 ਦਿਨ ਦੀ ਉਮਰ ਭੋਗ ਕੇ ਗੋਇੰਦਵਾਲ ਦੀ ਧਰਤੀ ਤੇ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਜੋਤੀ ਜੋਤ ਸਮਾਏ। 7 ਸਾਲ ਸਾਹਿਬ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਨੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਤਖਤ ਤੇ ਬੈਠ ਕੇ ਜਗਤ ਜਲੰਦੇ ਨੂੰ ਠਾਰਿਆ। ਗੁਰਮਤਿ ਗਾਡੀ ਰਾਹ ਤੇ ਭੁੱਲੇ ਭਟਕੇ ਲੋਕਾਂ ਨੂੰ ਚਲਾਇਆ। ਅੱਜ ਸਾਹਿਬ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਦਾ ਜੋਤੀ ਜੋਤ ਸਮਾਉਣ ਦਾ ਦਿਵਸ ਹੈ, ਜਿਸ ਸੰਬੰਧ ਵਿੱਚ ਮੈਂ ਥੋੜਾ ਜਿਹਾ ਗੁਰਬਾਣੀ ਦੀ ਵਿਚਾਰ ਤੋਂ ਬਾਹਰ ਆ ਕੇ ਆਪ ਜੀ ਦੇ ਨਾਲ ਬੜੀਆਂ ਸੰਖੇਪ ਜੀਆਂ ਵਿਚਾਰਾਂ, ਪੂਰਨ ਜੀਵਨ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦਾ ਕੋਈ ਕਹਿ ਹੀ ਨਹੀਂ ਸਕਦਾ। ਧੰਨ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੀ ਵਡਿਆਈ ਕੁੱਲ ਸੰਸਾਰ ਤੋਂ ਨਿਰਾਲੀ ਵੱਖਰੀ ਹੈ। ਕਿਸੇ ਸਮੇਂ ਜਿਸ ਭਾਈ ਜੇਠੇ ਦੇ ਆਪਣੇ ਘਰ ਵਿੱਚ ਖਾਣ ਵਾਸਤੇ 2 ਵਕਤ ਦੀ ਰੋਟੀ ਨਹੀਂ ਸੀ, ਐਸਾ ਜੀਵਨ ਮਹਾਨ ਬਣਿਆ ਉਹ ਧੰਨ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਦੀ ਨਗਰੀ, ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦਾ ਘਰ ਸ੍ਰੀ ਦਰਬਾਰ ਸਾਹਿਬ ਇੰਨੀਆਂ ਵਡਿਆਈਆਂ, ਇੰਨੀਆਂ ਬਖਸ਼ਿਸ਼ਾਂ ਦਾ ਮਾਲਕ ਹੈ ਜਿੱਥੇ ਕੋਈ ਗਿਣਤੀ ਨਹੀਂ ਕੀਤੀ ਜਾ ਸਕਦੀ। ਕਰੋੜਾਂ ਲੋਕ ਆ ਕੇ ਜਿਸ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਘਰ ਨੂੰ ਸਜਦੇ ਕਰਦੇ ਨੇ। ਔਰ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦਾ ਘਰ ਐਸਾ ਹੈ ਜਿੱਥੇ ਕੇਵਲ ਭੁੱਖਿਆਂ ਨੂੰ ਭੋਜਨ ਹੀ ਨਹੀਂ, ਜਿੱਥੇ ਅੰਨਿਆਂ ਨੂੰ ਅੱਖਾਂ ਦੀ ਰੋਸ਼ਨੀ ਵੀ ਪ੍ਰਾਪਤ ਹੁੰਦੀ ਹੈ, ਜਿੱਥੇ ਅੰਨਿਆਂ ਨੂੰ ਅੱਖਾਂ ਦੀ ਰੋਸ਼ਨੀ ਹੀ ਨਹੀਂ, ਜਿੱਥੇ ਕੈਂਸਰ ਵਰਗੇ ਰੋਗੀ ਹਰ ਰੋਜ਼ ਠੀਕ ਹੁੰਦੇ ਨੇ। ਤਾਂ ਹੀ ਸਤਿਗੁਰੂ ਮਹਾਰਾਜ ਜੀ ਦੀ ਪਾਵਨ ਬਾਣੀ 'ਚ ਬਚਨ, ਡਿੱਠੇ ਸਭੇ ਥਾਮ ਨਹੀਂ ਤੁਧ ਜਿਹਾ। ਦੁਨੀਆ ਵਿੱਚ ਬਹੁਤ ਥਾਵਾਂ ਨੇ, ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਘਰ ਵਰਗਾ ਕੁੱਲ ਜਹਾਨ ਵਿੱਚ ਹੋਰ ਕੋਈ ਘਰ ਨਹੀਂ। ਤੋ ਬੇਨਤੀ ਕਰ ਰਿਹਾ ਸਾਂ,
ਜਿਸ ਤੇ ਸਤਿਗੁਰੂ ਮਹਾਰਾਜ ਜੀ ਨੇ ਕਿਰਪਾ ਕਰ ਦਿੱਤੀ, ਅੰਦਰ ਸਾਚਾ ਮਨ ਤਨ ਸਾਚਾ ਭਗਤ ਭਰੇ ਭੰਡਾਰੀ ਹੈ, ਉਹਦੇ ਮਨ ਵਿੱਚ ਪਰਮੇਸ਼ਰ ਪਰਮਾਤਮਾ ਦਾ ਨਾਮ ਵਸ ਜਾਂਦਾ ਹੈ। ਰਸਨਾ ਕਰਕੇ, ਕੰਨ ਕਰਕੇ, ਨੇਤਰਾਂ ਕਰਕੇ ਉਹ ਜੋ ਕੁਝ ਸੁਣਦਾ